ਧੰਨ ਵਾਖੇ ਗੁਰੂ, ਧੰਨ ਵਾਖੇ ਗੁਰੂ ਸਾਹਿਬ ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਜਿਸ ਮਰਨੈ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੈ ਹੀ ਤੇ ਪਾਈਐ, ਪੂਰਨ ਪਰਮਾਨੰਦ। ਮਰਨੈ ਹੀ ਤੇ ਪਾਈਐ, ਪੂਰਨ ਪਰਮਾਨੰਦ। ਪਰਮ ਸਨਮਾਨਯੋਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਪਾਵਨ ਪਵਿੱਤਰ ਜੀਵਨ, ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਔਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਸੰਬੰਧੀ ਆਪਾਂ ਵਿਚਾਰ ਕਰ ਰਹੇ ਹਾਂ। ਆਓ ਗੁਰੂ ਤੇਗ ਬਹਾਦਰ ਜੀ ਧਰਮ ਦੀ ਆਜ਼ਾਦੀ ਦੀ ਖਾਤਰ ਜ਼ਾਲਮ ਵੱਲੋਂ ਮਜ਼ਲੂਮ ਉੱਤੇ ਹੁੰਦੇ ਹੋਏ ਧੱਕੇ ਦੇ ਵਿਰੁੱਧ ਇੱਕ ਜਾਬਰ ਬਾਦਸ਼ਾਹ ਨਾਲ ਟੱਕਰ ਲੈਣ ਵਾਸਤੇ ਚੱਲੇ ਨੇ। ਸ਼ਹਾਦਤ ਦਾ ਜਾਮ ਆਪ ਪੀਤੋ ਨੇ ਤੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਜੁੜੇ ਹੋਏ ਗੁਰੂ ਕੇ ਸਿੱਖਾਂ ਨੇ ਹਜ਼ੂਰ ਦੇ ਪਾਵਨ ਪਵਿੱਤਰ ਨੇਤਰਾਂ ਦੇ ਸਨਮੁਖ ਹੋ ਕੇ ਸ਼ਹਾਦਤ ਦਾ ਜਾਮ ਪੀਤਾ, ਪਰ ਅੰਦਰ ਆਪਣੇ ਨੂੰ ਗੁਰੂ ਕੇ ਚਰਨਾਂ ਵਿੱਚ ਰੱਖਿਆ, ਅਡੋਲਤਾ ਨਾਲ ਗੁਰੂ ਦੇ ਚਰਨਾਂ ਤੋਂ ਕੁਰਬਾਨ ਹੋ ਗਏ। ਆਓ ਕਰੋ ਕਿਰਪਾਲਤਾ, ਸਤਿਗੁਰੂ ਜੀ ਦਾ ਪਵਿੱਤਰ ਜੀਵਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ, ਇਤਿਹਾਸ ਦੇ ਕੁਝ ਪੰਨੇ ਆਪ ਜੀ ਨਾਲ ਸਾਂਝੇ ਕਰ ਸਕਾਂ।
ਆਪ ਜਿਤਨੇ ਵੀ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਇਕਾਗਰਤਾ ਦੀ ਦਾਤ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਆਪ ਵਿੱਚ ਵਰਤਨ ਔਰ ਆਪਣੇ ਅੰਮ੍ਰਿਤ ਬਚਨ ਔਰ ਪਵਿੱਤਰ ਜੀਵਨ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਪੂਰਬ ਦੇ ਇਲਾਕੇ ਵੱਲ ਦਾ ਦੌਰਾ ਕੀਤਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਢਾਕਾ, ਆਸਾਮ, ਇਹਨਾਂ ਸਾਰੀਆਂ ਥਾਵਾਂ ਤੇ ਪਰਮੇਸ਼ਵਰ ਦੇ ਨਾਮ ਦਾ ਛੱਟਾ ਦਿੰਦੇ ਹੋਏ ਵਾਪਸ ਪੰਜਾਬ ਦੀ ਧਰਤੀ ਤੇ ਆਏ ਨੇ। ਹਜ਼ੂਰ ਗੁਰੂ ਸਾਹਿਬਾਨ ਨੇ ਆਪਣੀ ਹਯਾਤੀ ਦੇ ਵਿੱਚ ਵੱਖ-ਵੱਖ ਨਗਰ ਜਿਹੜੇ ਨੇ ਉਹ ਵਸਾਏ ਸਨ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਰਾਵੀ ਦੇ ਕਿਨਾਰੇ ਕਰਤਾਰਪੁਰ ਨਗਰ ਵਸਾਇਆ। ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਕਹਿਣ ਤੇ ਗੋਇੰਦਵਾਲ ਨਗਰ ਨੂੰ ਵਸਾਉਣਾ ਕੀਤਾ। ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਅੰਮ੍ਰਿਤਸਰ ਸਾਹਿਬ ਨਗਰ ਦੀ ਉਸਾਰੀ ਕੀਤੀ, ਇਸ ਨੂੰ ਵਸਾਇਆ। ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਅਨੇਕਾਂ ਰਹਿਮਤਾਂ ਕਰਕੇ, ਜਿਵੇਂ ਸ਼ੇਖਰਟਾ ਆਪਾਂ ਪੜ੍ਹਨੇ ਹਾਂ ਕਿ ਆਪਣੇ ਹੱਥਾਂ ਨਾਲ ਨਗਰ ਵਸਾਏ, ਖੂਬ ਬੌਲੀਆਂ ਲਵਾਈਆਂ। ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਜਦੋਂ ਪੰਜਾਬ ਦੀ ਧਰਤੀ ਤੇ ਆਏ ਤੇ ਕੀਰਤਪੁਰ ਸਾਹਿਬ ਦੇ ਬਿਲਕੁਲ ਨੇੜੇ ਸਤਿਗੁਰੂ ਜੀ ਨੇ ਮਾਖੋਵਾਲ ਦੇ ਅਸਥਾਨ ਤੇ ਆਪ ਜ਼ਮੀਨ ਖਰੀਦੀ। ਮਾਖੋਵਾਲ ਦੇ ਅਸਥਾਨ ਤੇ ਜ਼ਮੀਨ ਖਰੀਦ ਕੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਤਿਕਾਰਯੋਗ ਮਾਤਾ ਜੀ ਦੇ ਨਾਮ ਤੇ ਇਸ ਨਗਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਜਦੋਂ ਧੰਨ ਗੁਰੂ ਗੋਬਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਨੂੰ ਆਏ ਨੇ ਤੇ ਤਵਾਰੀਖ ਵਿੱਚ ਇਹ ਸ਼ਬਦ ਨੇ, ਰਵਾਇਤ ਵੀ ਇਹ ਕਹਿੰਦੀ ਹੈ ਕਿ ਗੁਰੂ ਗੋਬਿੰਦ ਰਾਏ ਜੀ ਦੇ ਆਉਣ ਤੇ ਸਿੱਖ ਸੰਗਤ ਵੱਲੋਂ ਆਨੰਦ ਸਾਹਿਬ ਦੀ ਬਾਣੀ ਪੜ੍ਹਨ ਤੇ ਇਸ ਨਾਨਕੀ ਚੱਕ ਤੋਂ ਨਗਰ ਦਾ ਨਾਮ ਆਨੰਦਪੁਰ ਸਾਹਿਬ ਰੱਖਿਆ ਗਿਆ ਸੀ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਨਾਨਕੀ ਚੱਕ ਵਸਾਇਆ। ਆਪਣੀ ਹਯਾਤੀ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਨੇ ਇਸ ਸ਼ਹਿਰ ਦਾ, ਇਸ ਨਗਰ ਦਾ ਨਾਮ ਰੱਖ ਦਿੱਤਾ ਆਨੰਦਪੁਰ ਸਾਹਿਬ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਇਸ ਨਗਰ ਨੂੰ ਜਦੋਂ ਵਸਾਇਆ ਹੈ, ਇਸ ਪਾਸੇ ਗੁਰੂ ਤੇਗ ਬਹਾਦਰ ਜੀ ਰਹਿਮਤਾਂ ਦਾ ਮੀਂਹ ਵਰਸਾਉਂਦੇ ਨੇ ਤੇ ਦੂਜੇ ਪਾਸੇ ਦਿੱਲੀ ਦੇ ਤਖਤ ਦਾ ਮਾਲਕ ਔਰੰਗਜ਼ੇਬ, ਉਹਨੇ ਜ਼ੁਲਮ ਦੀ ਇੱਕ ਹਨੇਰੀ ਚੁਲਾ ਦਿੱਤੀ ਹੈ। ਉਹਦੇ ਨਜ਼ਰ ਵਿੱਚ ਸਿਰਫ ਇੱਕੋ ਹੀ ਗੱਲ ਸੀ, ਜ਼ਿਹਨ ਵਿੱਚ ਇੱਕੋ ਬਾਤ ਸੀ ਕਿ ਹਿੰਦੁਸਤਾਨ ਦੀ ਧਰਤੀ ਤੇ ਕੇਵਲ ਇਸਲਾਮ, ਕੇਵਲ ਮੁਸਲਮਾਨ ਹੀ ਹੋਣਾ ਚਾਹੀਦਾ ਹੈ। ਇੱਥੇ ਮੁਸਲਮਾਨ ਤੋਂ, ਇਸਲਾਮ ਤੋਂ ਬਿਨਾ ਹੋਰ ਦੂਜਾ ਕੋਈ ਨਾ ਹੋਵੇ। ਉਹਨੇ 3 ਤਰੀਕੇ ਅਪਣਾਏ ਲੋਕਾਂ ਨੂੰ ਆਪਣੇ ਇਸਲਾਮ ਧਰਮ ਵਿੱਚ ਲਿਆਉਣ ਵਾਸਤੇ। ਪਹਿਲਾ ਤਰੀਕਾ ਸੀ ਕਿ ਆਦਮੀ ਨੂੰ ਲਾਲਚ ਦਿੱਤਾ ਜਾਏ। ਜੇ ਪੈਸੇ ਨਾਲ ਆਦਮੀ ਇਸਲਾਮ ਵਿੱਚ ਆਉਂਦਾ ਪਿਆ ਤੇ ਇਤਨੋਂ ਵੱਡੀ ਬਾਤ ਹੋਰ ਚੰਗੀ ਗੱਲ ਕੀ ਹੋਵੇਗੀ। ਲਾਲਚ ਦਿੱਤਾ, ਪੈਸੇ ਨਾਲ ਆਂਦਾ ਜਾਏ। ਦੂਸਰਾ ਸੀ ਉਹਨੂੰ ਡਰਾਇਆ ਜਾਏ, ਤਸ਼ੱਦਦ ਕੀਤਾ ਜਾਏ। ਤੇ ਜਿਹੜਾ ਆਦਮੀ ਲਾਲਚ ਨਾਲ, ਡਰ ਨਾਲ ਨਹੀਂ ਆਉਂਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਏ। ਹਿੰਦੁਸਤਾਨ ਦੀ ਧਰਤੀ ਤੇ ਕੇਵਲ ਇੱਕ ਇਸਲਾਮ, ਇੱਕ ਮੁਸਲਮਾਨ ਹੀ ਹੋਣਾ ਚਾਹੀਦਾ ਹੈ। ਆਪ ਤਵੱਜੋ ਦੇਣਾ ਕਿ ਔਰੰਗਜ਼ੇਬ ਉਹ ਕਿੰਨੀ ਕੁ ਮਤਸਵੀ ਨੀਤੀ ਵਾਲਾ ਇਨਸਾਨ ਸੀ। ਦੇਖੋ, ਕੇਵਲ ਗੁਰੂ ਤੇਗ ਬਹਾਦਰ ਤੇ ਜ਼ੁਲਮ ਨਹੀਂ, ਉਹ ਇੰਨਾ ਕੁ ਨਿਰਦਈ ਇਨਸਾਨ ਸੀ ਆਪਣੇ ਅੰਦਰੋਂ। ਮੈਂ ਉਹਦੇ ਜੀਵਨ ਦੀਆਂ 1-2 ਘਟਨਾਵਾਂ ਆਪ ਨਾਲ ਜ਼ਰੂਰ ਸਾਂਝੀਆਂ ਕਰਦਾ ਜਾਵਾਂ
ਕਿਉਂਕਿ ਇਹੋ ਜਿਹੇ ਮੁਤਸਵੀ ਜ਼ਾਲਮ ਬੰਦੇ ਦਾ ਅੰਦਰ ਪਤਾ ਲੱਗ ਸਕੇ ਕਿ ਉਹ ਕਿੰਨਾ ਕੁ ਪੱਥਰ ਦਿਲ ਨਿਰਦਈ ਤੇ ਕਠੋਰ ਹੈ। ਜਿਸ ਸ਼ਾਹਜਹਾਂ ਨੇ ਇਸ ਪੁੱਤਰ ਨੂੰ ਪਾਲਿਆ, ਔਰੰਗਜ਼ੇਬ ਨੇ ਆਪਣੇ ਸਕੇ ਬਾਪ ਨੂੰ ਕੈਦ ਵਿੱਚ ਜਾ ਸੱਟਿਆ ਸੀ। ਤੇ ਜਿਸ ਦਿਨ ਬਾਪ ਨੇ ਆਪਣੇ ਪੁੱਤਰ ਨੂੰ ਔਰੰਗਜ਼ੇਬ ਨੂੰ ਪੱਤਰਕਾ ਚਿੱਠੀ ਲਿਖੀ, ਤੇ ਉਸ ਪੱਤਰਕਾ ਵਿੱਚ ਸ਼ਾਹਜਹਾਂ ਨੇ ਇੱਕ ਸ਼ਬਦ ਕਿਹਾ ਸੀ। ਕਹਿਣ ਲੱਗਾ, ਔਰੰਗਜ਼ੇਬ ਤੂੰ ਆਪਣੇ ਆਪ ਨੂੰ ਮੋਮਿਨ ਕਹਿਣਾ ਹੈ, ਤੂੰ ਆਪਣੇ ਆਪ ਨੂੰ ਮੁਸਲਮਾਨ ਕਹਿਣਾ ਹੈ, ਤੇ ਹਿੰਦੂਆਂ ਨੂੰ ਤੂੰ ਕਾਫਰ ਕਹਿ ਕੇ ਦਿਨ ਰਾਤ ਜ਼ੁਲਮ ਪਿਆ ਕਰਨਾ ਹੈ। ਪਰ ਮੈਂ ਤੈਨੂੰ ਇੱਕ ਗੱਲ ਕਹਿ ਦਿਆਂ ਕਿ ਇਹ ਬੇਟੇ ਮੇਰੇ, ਤੇਰੇ ਨਾਲੋਂ ਹਿੰਦੂ ਬਹੁਤ ਗੁਣਾ ਚੰਗੇ। ਧਿਆਨ ਦਿਆ ਜੇ, ਇਸ ਬੰਦੇ ਨੇ ਸਕੇ ਬਾਪ ਨੂੰ ਵੀ ਨਹੀਂ ਬਖਸ਼ਿਆ। ਕਹਿਣ ਲੱਗਾ, ਤੇਰੇ ਤੋਂ ਹਿੰਦੂ ਕਈ ਗੁਣਾ ਚੰਗੇ ਨੇ ਜਿਨ੍ਹਾਂ ਨੂੰ ਤੂੰ ਕਾਫਰ ਕਹਿ ਰਹੇ ਹੈ, ਤੇ ਤੇਰੇ ਮਨ ਵਿੱਚ ਖਿਆਲ ਉਪਜੇਗਾ ਕਿਉਂ? ਕਹਿਣ ਲੱਗਾ, ਬੇਟਾ ਤੂੰ ਤਾਂ ਜਿਉਂਦੇ ਬਾਪ ਨੂੰ ਕਿਲੇ ਵਿੱਚ ਕੈਦ ਕਰਕੇ ਪਿਆਸੇ ਨੂੰ ਪਾਣੀ ਦਾ ਘੁੱਟ ਨਹੀਂ ਦਿੰਦਾ, ਉਹ ਤਾਂ ਮਰ ਚੁੱਕੇ ਪਿਤਰਾਂ ਨੂੰ ਵੀ ਪਾਣੀ ਦਿੰਦੇ ਨੇ। ਤੂੰ ਤਾਂ ਜਿਉਂਦੇ ਨੂੰ ਪਿਆਸ ਨਾਲ ਤੜਫਾ ਕੇ ਮਾਰਨਾ। ਮਤ ਕਹੋ ਉਹ ਕਾਫਰ ਨੇ, ਅਸਲ ਵਿੱਚ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਉਹ ਮਰਿਆਂ ਨੂੰ ਪਾਣੀ ਦੇਈ ਜਾਂਦੇ ਨੇ, ਤੂੰ ਜਿਉਂਦੇ ਨੂੰ ਪਿਆਸ ਨਾਲ ਤੜਫਾ ਕੇ ਮਾਰਨਾ ਹੈ। ਔਰੰਗਜ਼ੇਬ ਕੋਲ ਜਦੋਂ ਪੱਤਰਕਾ ਆਈ ਤੇ ਇਹਦਾ ਹਿਰਦਾ ਪਸੀਜਿਆ ਨਹੀਂ। ਇਹਨੇ ਵਾਪਸ ਉੱਤਰ ਭੇਜਿਆ ਸੀ ਆਪਣੇ ਬਾਪ ਨੂੰ, ਅੱਬਾ ਕਿ ਜਿਸ ਸ਼ਾਹੀ ਦੇ ਨਾਲ ਤੂੰ ਮੈਨੂੰ ਚਿੱਠੀ ਲਿਖ ਕੇ ਭੇਜੀਏ, ਇਸ ਸ਼ਾਹੀ ਵਿੱਚ ਜਿਹੜਾ ਤੂੰ ਪਾਣੀ ਪਾਇਆ ਸ਼ਾਹੀ ਘੋਲੀ ਹੈ, ਇਸ ਦਵਾਤ ਵਿੱਚੋਂ ਸ਼ਾਹੀ ਪੀ ਕੇ ਪਿਆਸ ਆਪਣੀ ਬੁਝਾ ਲੈ। ਮੈਨੂੰ ਇਹੋ ਜੀ ਨਸੀਹਤ ਦੇਣ ਦੀ ਲੋੜ ਨਹੀਂ। ਇੱਥੇ ਬਸ ਨਹੀਂ ਕਿ ਸ਼ਾਹਜਹਾਂ ਨੂੰ ਇਹਨੇ ਕੈਦ ਕੀਤਾ, ਤੇ ਕਹਿੰਦੇ ਨੇ ਯਮਨਾ ਵਾਲੇ ਪਾਸੇ ਇੱਕ ਬਾਰੀ ਸੀ, ਜਿਸ ਬਾਰੀ ਵਿੱਚੋਂ ਸ਼ਾਹਜਹਾਂ ਕਦੀ ਸ਼ਾਮ ਦੇ ਵੇਲੇ ਢਲਦੇ ਹੋਏ ਸੂਰਜ ਨੂੰ ਦੇਖਦਾ ਸੀ, ਕਦੀ ਬਾਹਰ ਦੀ ਹਵਾ ਉਹਦੇ ਤੱਕ ਪਹੁੰਚਦੀ ਸੀ। ਜਦੋਂ ਪਤਾ ਲੱਗਾ ਕਿ ਸ਼ਾਹਜਹਾਂ ਇਸ ਬਾਰੀ ਦੇ ਵਿੱਚੋਂ ਬਾਹਰ ਦੇ ਨਜ਼ਾਰੇ ਦੇਖਦਾ ਹੈ, ਤੇ ਇਸ ਨਿਰਦਈ ਬੰਦੇ ਨੇ ਆਪਣੇ ਬਾਪ ਦੀ ਉਸ ਬਾਰੀ ਨੂੰ ਵੀ ਚਣਵਾ ਦਿੱਤਾ ਕਿ ਇਹ ਬਾਹਰ ਦੀ ਹਵਾ ਤੇ ਬਾਹਰ ਦੀ ਰੋਸ਼ਨੀ, ਬਾਹਰ ਦੀ ਇਹ ਜਿਤਨੀ ਵੀ ਖਰਿਆਵਲ ਜਾਂ ਜਮਨਾ ਦੇ ਪਾਣੀ ਨੂੰ ਇਹ ਦੇਖ ਨਾ ਸਕੇ। ਸਕੇ ਬਾਪ ਤੇ ਜ਼ੁਲਮ ਕੀਤਾ। ਦੂਸਰੀ ਬੇਨਤੀ, ਸਕੀ ਭੈਣ ਸੀ ਜਿਸ ਦਾ ਨਾਮ ਸੀ ਰੋਸ਼ਨ ਆਰਾ। ਔਰੰਗਜ਼ੇਬ ਨੂੰ ਤਖਤ ਤੇ ਬਿਠਾਉਣ ਵਿੱਚ ਇਸ ਭੈਣ ਰੋਸ਼ਨ ਆਰਾ ਨੇ ਵੀ ਬਹੁਤ ਹੀ ਇਹਦੀ ਇਮਦਾਦ ਕੀਤੀ। ਇਸ ਨਿਰਦਈ ਇਨਸਾਨ ਨੇ ਸਕੀ ਭੈਣ ਨੂੰ ਮਿੱਠਾ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ, ਤੇ ਇਹੋ ਜਿਹਾ ਦਿੱਤਾ ਇਹਨੂੰ ਪੋਇਜ਼ਨ, ਇਹੋ ਜਿਹਾ ਜ਼ਹਿਰ ਦਿੱਤਾ ਕਿ ਸਕੀ ਭੈਣ ਜਿਹੜੀ ਇਹਦੇ ਦਿੱਤੇ ਕੋਈ ਜ਼ਹਿਰ ਨਾਲ ਐਸਤਾ ਖਸਮ ਹੋ ਗਈ। ਸਕੇ ਭਰਾ ਦਾਰਾ ਸ਼ਿਕੋ ਦਾ ਕਤਲ ਕਰਕੇ ਇਹਨੇ ਸਬਰ ਦਾ ਜੋ ਪਿਆਲਾ ਭਰਿਆ ਸੀ ਬਾਪ ਦਾ, ਉਹਨੂੰ ਉਡੇਲ ਕੇ ਰੱਖ ਦਿੱਤਾ। ਇੱਥੇ ਬਸ ਨਹੀਂ, ਪਿਤਾ ਨੂੰ ਕੈਦ ਵਿੱਚ ਕੀਤਾ, ਭੈਣ ਨੂੰ ਜ਼ਹਿਰ ਦਿੱਤਾ, ਭਰਾਵਾਂ ਦੇ ਕਤਲ ਕੀਤੇ। ਤੇ ਇਸ ਦੀ ਬੱਚੀ ਸੀ ਜੇਬਲ ਨੁਸਾ, ਜਿਹੜੀ ਸ਼ਾਇਰ ਸੀ, ਕਵਿਤਾ ਰਚਦੀ ਸੀ, ਰੱਬ ਨੂੰ ਪਿਆਰ ਕਰਨ ਵਾਲੀ ਸੀ। ਤੇ ਉਸ ਜੇਬਲ ਨੁਸਾ ਆਪਣੀ ਬੱਚੀ ਨੂੰ ਵੀ ਇਹਨੇ ਕੈਦ ਦੇ ਵਿੱਚ ਸੜ ਦਿੱਤਾ ਸੀ। ਇੱਥੇ ਬਸ ਨਹੀਂ, ਮੈਂ ਸਿਰਫ ਇਹਦੀਆਂ ਕੁਝ ਉਦਾਹਰਨਾਂ ਦੇ ਰਿਹਾ। ਇਹ ਬੰਦਾ ਕਿੰਨਾ ਕੁ ਨਿਰਦਈ ਹੈ। ਦੇਖੋ, ਜੇ ਕਿਤੇ ਰਾਗ ਗਾਉਂਦਾ ਕੋਈ ਤੇ ਰਾਗ ਦੀ ਮਨਾਹੀ ਇਹਨੇ ਕਰ ਦਿੱਤੀ ਸੀ। ਤੇ ਇੱਕ ਵਾਰੀ ਰਾਗੀਆਂ ਨੇ ਦਿੱਲੀ ਦੀ ਧਰਤੀ ਤੇ ਰਾਗ ਦਾ ਜਨਾਜ਼ਾ ਕੱਢਿਆ, ਇੱਕ ਜਲੂਸ ਕੱਢਿਆ ਆਪਣੇ ਵੱਲੋਂ ਪ੍ਰੋਟੈਸਟ ਕਰਨ ਦੇ ਲਈ ਕਿ ਰਾਗ ਦਾ ਜਨਾਜ਼ਾ ਕੱਢਿਆ ਜਾਏ, ਬਾਦਸ਼ਾਹ ਨੂੰ ਪਤਾ ਲੱਗ ਜਾਏ ਕਿ ਤੂੰ ਰਾਗ ਤੇ ਪਾਬੰਦੀ ਕਿਉਂ ਲਾਈ। ਇਹਨੇ ਉਸ ਪ੍ਰੋਟੈਸਟ ਦਾ, ਉਸ ਜਲੂਸ ਦੇ ਵਿੱਚ ਰਾਗ ਗਾਉਣ ਦੀ ਬਿਲਕੁਲ ਵੀ ਮਨਾਹੀ ਖਟਾਈ ਨਹੀਂ। ਤੇ ਜਦੋਂ ਉਹਨਾਂ ਰਾਗੀਆਂ ਨੇ ਰਾਗ ਦਾ ਜਲੂਸ ਕੱਢਿਆ ਤੇ ਕਹਿਣ ਲੱਗਾ, ਬਹੁਤ ਚੰਗਾ ਕੀਤਾ ਜੇ ਕਿ ਇਸ ਦਾ ਜਨਾਜ਼ਾ ਤਾਂ ਕਈ ਸਾਲ ਪਹਿਲਾਂ ਨਿਕਲ ਜਾਣਾ ਚਾਹੀਦਾ ਸੀ। ਅੱਜ ਇਸ ਕੰਬਖਤ ਨੂੰ ਇਹੋ ਜੀ ਡੂੰਗੀ ਥਾਂ ਤੇ ਅਪਣਾ ਦਿਓ ਕਿ ਪਰਤ ਕੇ ਰਾਗ ਹਿੰਦੁਸਤਾਨ ਦੀ ਧਰਤੀ ਵਿੱਚ ਪੈਦਾ ਹੀ ਨਾ ਹੋਵੇ। ਰਾਗ ਦੀ ਮਨਾਹੀ, ਕਵਿਤਾ ਦੀ ਮਨਾਹੀ, ਬਾਪ ਤੇ ਜ਼ੁਲਮ, ਤੇ ਸਰਮਦ ਵਰਗਾ ਰੱਬ ਦੇ ਰੰਗ ਵਿੱਚ ਰਤਾ ਹੋਇਆ ਫਕੀਰ ਜਿਹੜਾ ਤਨ ਤੋਂ ਨਗਲ ਕਿਤੇ ਦਿੱਲੀ ਦੇ ਬਾਜ਼ਾਰਾਂ ਵਿੱਚ ਘੁੰਮਦਾ ਹੈ। ਤੇ ਇੱਕ ਦਿਨ ਔਰੰਗਜ਼ੇਬ ਨੇ ਲੰਘਦਿਆਂ
ਆਪਣੇ ਕੋਲੋਂ ਇੱਕ ਬਸਤਰ ਉਹਦੇ ਵੱਲ ਸੱਟਿਆ। ਕਹਿਣ ਲੱਗਾ, ਉਹ ਫਕੀਰ, ਆਪਣੇ ਤਨ ਨੂੰ ਢੱਕਣ ਦੀ ਜਾਚ ਸਿੱਖ ਲੈ। ਸਰਮੱਧ ਨੇ ਉਹ ਕੱਪੜਾ, ਉਹ ਬਸਤਰ ਤਾਂ ਲੈ ਲਿਆ, ਪਰ ਆਪਣੇ ਤਨ ਨੂੰ ਢੱਕਿਆ ਨਹੀਂ। ਦੂਸਰੇ ਦਿਨ ਫਿਰ ਸਰਮੱਧ ਚੁਰਸਤੇ ਵਿੱਚ ਖਲੋਤਾ ਹੈ ਤੇ ਉਹਨੇ ਹੱਥ ਵਿੱਚ ਪਕੜਿਆ ਹੋਇਆ ਕੱਪੜਾ ਔਰੰਗਜ਼ੇਬ ਦੀ ਅਸਵਾਰੀ ਲੰਘੀ ਤੇ ਪਲਟ ਕੇ ਔਰੰਗਜ਼ੇਬ ਵੱਲ ਸੱਟਿਆ ਤੇ ਔਰੰਗਜ਼ੇਬ ਨੇ ਕਿਹਾ ਕਿ ਤੂੰ ਆਪਣੇ ਤਨ ਨੂੰ ਬਸਤਰ ਨਾਲ ਢੱਕੇਗਾ ਨਹੀਂ। ਤੇ ਸਰਮੱਧ ਨੇ ਕਿਹਾ, ਤੂੰ ਆਪਣਾ ਤਨ ਢੱਕ ਬਾਸ਼ਤਾ, ਜਿਹਦੇ ਤਨ ਦੇ ਵਿੱਚ ਪਾਪ ਗੁਨਾਹ ਤੇ ਐਬ ਭਰੇ ਪਏ ਨੇ, ਉਹ ਤਨ ਨੂੰ ਢੱਕੇ ਜਿਹੜਾ ਪਾਪਾਂ ਨਾਲ ਭਰਿਆ। ਮੈਨੂੰ ਕੀ ਲੋੜ ਹੈ, ਮੇਰੇ ਤਨ ਵੀ ਤਾਂ ਕੋਈ ਐਬ ਵੀ ਨਹੀਂ। ਬਸ ਸਰਮੱਧ ਦੀ ਇੰਨੀ ਗੱਲ ਕਹਿਣ ਦੀ ਦੇਰ ਸੀ, ਔਰੰਗਜ਼ੇਬ ਨੇ ਇਹੋ ਜਿਹੇ ਸੂਫੀ ਦਰਵੇਸ਼ ਨੂੰ ਆਪਣੇ ਹੁਕਮ ਦੇ ਨਾਲ ਕਤਲ ਕਰਵਾ ਦਿੱਤਾ ਸੀ। ਇਹਨੇ ਫਕੀਰਾਂ ਨੂੰ ਬੇੜੀ ਵਿੱਚ ਬਿਠਾ ਕੇ ਜਮਨਾ ਦੇ ਵਿਚਕਾਰ ਲਿਜਾ ਕੇ ਪੂਰੀ ਦੀ ਪੂਰੀ ਜਿਹੜੀ ਬੇੜੀ ਸੀ ਉਹ ਡੋਬ ਦਿੱਤੀ। ਮੈਂ ਸਿਰਫ ਆਰੰਭ ਵਿੱਚ ਅਰਜ਼ ਕਰ ਰਿਹਾ ਕਿ ਉਹ ਵੇਲੇ ਇੱਧਰ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸਾਉਂਦੇ ਨੇ ਤੇ ਦੂਜੇ ਪਾਸੇ ਦਿੱਲੀ ਦੇ ਤਖਤ ਦੇ ਉੱਤੇ ਔਰੰਗਜ਼ੇਬ ਨਰਦਈ ਬੰਦਾ, ਉਹ ਬਾਦਸ਼ਾਹ ਜਿਹੜਾ ਆਪਣੇ ਭਰਾਵਾਂ ਤੇ, ਆਪਣੀ ਬੱਚੀ ਤੇ, ਆਪਣੀ ਭੈਣ ਤੇ, ਆਪਣੇ ਪਰਿਵਾਰ ਦੇ ਉੱਤੇ ਵੀ ਜ਼ੁਲਮ ਕਰਦਾ ਹੈ ਤੇ ਰੱਬੀ ਫਕੀਰਾਂ ਨੂੰ ਬੰਦਗੀ ਕਰਨ ਵਾਲਿਆਂ ਉੱਤੇ ਵੀ ਇਹਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਤਵੱਜੋ ਦਿਆ ਜੀ, ਉਸ ਵੇਲੇ ਦੇ ਹਾਲਾਤ ਇਹ ਨੇ। ਇੱਧਰ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਅਸੀਂ ਸਟੈਪ ਬਾਈ ਸਟੈਪ ਆਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤੁਰਦੇ ਨੇ ਤੇ ਦਿੱਲੀ ਦੀ ਧਰਤੀ ਤੇ ਹਜ਼ੂਰ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਪਹੁੰਚਦੇ ਨੇ। ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਨੇ ਤੇ ਔਰੰਗਜ਼ੇਬ ਨੇ ਜ਼ੁਲਮ ਦਾ ਇੱਕ ਦੌਰ ਹੋਰ ਚਲਾ ਦਿੱਤਾ। ਦਿੱਲੀ ਦੀ ਧਰਤੀ ਤੇ ਆਪਣੀ ਇਹਦੀ ਹਕੂਮਤ ਹੈ। ਕਸ਼ਮੀਰ ਦਾ ਸੂਬੇਦਾਰ ਸੀ ਸਹਿਬ ਖਾਂ, ਇਹਦੇ ਨਾਲ ਇਸ ਦੀ ਰਿਸ਼ਤੇਦਾਰੀ ਸੀ। ਦੇਖੋ, ਮੈਂ ਅਰਜ਼ ਕਰਦਾ ਜਾਵਾਂ, ਇਹ ਉਹ ਸਹਿਬ ਖਾਂ ਹੈ ਜਿਹੜਾ ਪਟਿਆਲੇ ਦੇ ਨੇੜੇ ਇੱਕ ਸੈਫਾਬਾਦ ਨਗਰ ਸੀ, ਇਸੇ ਨਗਰ ਦਾ ਵਸਨੀਕ ਸੀ ਸਹਿਬ ਖਾਂ। ਇਹ ਬੜਾ ਖੁੱਲ੍ਹ ਦਿਲਾ ਇਨਸਾਨ ਸੀ। ਗੁਰੂ ਤੇਗ ਬਹਾਦਰ ਜੀ ਨੂੰ ਚੌਮਾਸੇ ਦੇ ਮਹੀਨਿਆਂ ਵਿੱਚ ਸਹਿਬ ਖਾਂ ਨੇ ਆਪਣੇ ਘਰ ਰੱਖਿਆ ਸੀ ਤੇ ਇੱਥੇ ਬਸ ਨਹੀਂ, ਇਹ ਉਹ ਫਕੀਰ ਸੀ, ਸੂਬੇਦਾਰ ਵੀ ਸੀ, ਫਕੀਰੀ ਵੀ ਇਹਨੇ ਕਮਾਈ। ਪਹਿਲਾਂ ਕਸ਼ਮੀਰ ਦਾ ਸੂਬੇਦਾਰ ਇਹ ਸੀ ਤੇ ਜਿੱਦਣ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਤੇ ਕਈ ਦਿਨ ਇਹਨੇ ਆਪਣੇ ਤਨ ਦੇ ਉੱਤੇ ਕਾਲਾ ਬਸਤਰ ਪਾਈ ਰੱਖਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਬੈਰਾਗ ਵਿੱਚ ਇਹ ਸਹਿਬ ਖਾਂ ਕਿਤਨੇ ਦਿਨ ਝੀਣੀ ਬਾਣ ਜਿਹੜਾ ਇਹ ਰੋਂਦਾ ਰਿਹਾ ਸੀ। ਕਸ਼ਮੀਰ ਦੀ ਧਰਤੀ ਦਾ ਸੂਬੇਦਾਰ ਸਹਿਬ ਖਾਂ ਹੈ। ਉਹ ਖੁੱਲ੍ਹ ਦਿਲਾ ਸੀ, ਪਰਜਾ ਨੂੰ ਪਿਆਰ ਕਰਨ ਵਾਲਾ, ਤੇ ਔਰੰਗਜ਼ੇਬ ਨੂੰ ਇਹ ਭਾਉਂਦਾ ਨਹੀਂ ਸੀ। ਔਰੰਗਜ਼ੇਬ ਨੇ ਯਤਨ ਕੀਤਾ, ਇਹਨੇ ਹਿੰਦੂਆਂ ਦੇ ਉੱਤੇ ਜ਼ੁਲਮ ਦੀ ਖਨੇਰੀ ਚਲਾ ਦਿੱਤੀ। ਗੁਰਮਖੋ, ਸਭ ਤੋਂ ਪਹਿਲਾਂ ਇਹਨੇ ਬਨਾਰਸ, ਕੁਰਕਸ਼ੇਤਰ, ਮਥੁਰਾ ਦੇ ਜਿਹੜੇ ਮੰਦਰ ਨੇ ਇਹ ਢਵਾ ਦਿੱਤੇ ਗਏ। ਉੱਥੇ ਤੀਰਥ ਇਸ਼ਨਾਨੀਆਂ ਨੂੰ ਕਤਲ ਕਰਾਇਆ ਗਿਆ ਤੇ ਪਰਤ ਕੇ ਇਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਮੈਂ ਸਾਰੇ ਹਿੰਦੁਸਤਾਨ ਨੂੰ ਮੁਸਲਮਾਨਾਂ ਵਿੱਚ, ਇਸਲਾਮ ਵਿੱਚ ਤਬਦੀਲ ਕਰ ਦਿਆਂ। ਤੇ ਇਹਨੇ ਸਭ ਤੋਂ ਪਹਿਲਾਂ ਕਸ਼ਮੀਰ ਦੀ ਧਰਤੀ ਚੁਣੀ। ਸਹਿਬ ਖਾਂ ਨੂੰ ਕਸ਼ਮੀਰ ਦੀ ਸੂਬੇਦਾਰੀ ਤੋਂ ਹਟਾ ਦਿੱਤਾ ਤੇ ਆਪਣੇ ਨੇੜੇ ਰਹਿਣ ਵਾਲੇ ਸ਼ੇਰ ਅਫਗਾਨ ਨੂੰ ਕਸ਼ਮੀਰ ਦਾ ਸੂਬੇਦਾਰ ਥਾਪ ਦਿੱਤਾ ਤੇ ਨਾਲ ਉਹਨੂੰ ਇਹ ਸ਼ਬਦ ਕਹਿ ਦਿੱਤੇ ਕਿ ਕਸ਼ਮੀਰ ਦੀ ਧਰਤੀ ਤੇ ਜਿਤਨੇ ਵੀ ਹਿੰਦੂ ਰਹਿੰਦੇ ਨੇ, ਯਤਨ ਕਰ ਕਿ ਲਾਲਚ ਦੇ ਕੇ ਇਹਨਾਂ ਨੂੰ ਇਸਲਾਮ ਵਿੱਚ ਲਿਆਂਦਾ ਜਾਏ। ਜੇ ਇਹ ਲਾਲਚ ਨਾਲ ਨਹੀਂ ਮੰਨਦੇ, ਇਹਨਾਂ ਉੱਪਰ ਤਸ਼ੱਦਦ ਕੀਤਾ ਜਾਏ, ਇਹਨਾਂ ਨੂੰ ਡਰਾਇਆ ਧਮਕਾਇਆ ਜਾਏ। ਜੇ ਡਰਦੇ ਵੀ ਨਹੀਂ ਤੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦੇ। ਜਿਤਨੇ ਮਰਜੀ ਤੂੰ ਹਿੰਦੂ ਰੋਜ਼ ਕਤਲ ਕਰ ਦੇਵੇਂ, ਤੈਨੂੰ ਸਾਰੇ ਖੂਨ ਮਾਫ ਕੀਤੇ ਜਾਣਗੇ। ਹਰ ਹੀਲੇ ਵਿੱਚ ਕਸ਼ਮੀਰ ਦਾ ਹਿੰਦੂ ਸਭ ਤੋਂ ਪਹਿਲਾਂ ਇਸਲਾਮ ਵਿੱਚ ਆਉਣਾ ਚਾਹੀਦਾ ਹੈ। ਮੈਂ ਆਰੰਭ ਵਿੱਚ ਅਰਜ਼ ਕਰਨੀ ਚਾਹਨਾ ਕਿ ਔਰੰਗਜ਼ੇਬ ਨੇ ਕਸ਼ਮੀਰ ਕਿਉਂ ਚੁਣਿਆ? ਹਿੰਦੁਸਤਾਨ ਇਤਨਾ ਵੱਡਾ ਸੀ, ਇਹਨੇ ਕਸ਼ਮੀਰ ਦੀ ਚੋਣ ਕਿਉਂ ਕੀਤੀ? ਇਸ ਸੰਬੰਧੀ ਸਿੱਖ ਵਿਦਵਾਨ ਨੇ ਗੱਲ ਕਹਿੰਦੇ ਨੇ, ਔਰੰਗਜ਼ੇਬ ਨੇ ਕਸ਼ਮੀਰ ਇਸ ਕਰਕੇ ਚੁਣਿਆ ਸੀ, ਇੱਕ ਤਾਂ ਕਸ਼ਮੀਰ ਦੀ ਧਰਤੀ ਤੇ ਵਿਦਵਾਨ ਪੰਡਤ ਸਨ, ਵਿਦਵਾਨ ਬ੍ਰਾਹਮਣ ਸਨ। ਇਹਦਾ ਖਿਆਲ ਸੀ ਵੀ ਜੇ ਇਹਨਾਂ ਵਿਦਵਾਨਾਂ ਨੂੰ
ਕਿਸੇ ਤਰੀਕੇ ਨਾਲ ਇਸਲਾਮ ਵਿੱਚ ਲਿਆਂਦਾ ਜਾਏ ਤੇ ਬਾਕੀ ਅਨਪੜ੍ਹ ਲੋਕ ਜਿਹੜੇ ਨੇ ਉਹਨਾਂ ਦਾ ਧਰਮ ਤਬਦੀਲ ਕਰਨਾ, ਉਹਨਾਂ ਨੂੰ ਹਿੰਦੂ ਧਰਮ ਤੋਂ ਇਸਲਾਮ ਵਿੱਚ ਲਿਆਉਣਾ ਬਿਲਕੁਲ ਆਸਾਨ ਹੈ। ਸਭ ਤੋਂ ਪਹਿਲਾਂ ਜਿਹੜੇ ਵਿਦਵਾਨ ਪੰਡਿਤ ਨੇ ਇਹਨਾਂ ਨੂੰ ਡਰਾ ਕੇ ਲਾਲਚ ਨਾਲ ਮੌਤ ਦਾ ਭੈ ਦੇ ਕੇ ਇਹਨਾਂ ਨੂੰ ਤਬਦੀਲ ਕੀਤਾ ਜਾਏ ਇਸਲਾਮ ਵਿੱਚ। ਔਰੰਗਜ਼ੇਬ ਨੇ ਸ਼ੇਰ ਅਫਗਾਨ ਨੂੰ ਭੇਜ ਦਿੱਤਾ। ਸ਼ੇਰ ਅਫਗਾਨ ਗਿਆ ਹੈ, ਵੈਸੇ ਇਹਦਾ ਨਾਮ ਸੀ ਇਫਰਤ ਖਾਨ। ਸ਼ੇਰ ਅਫਗਾਨ ਨੇ ਜਾਂਦਿਆਂ ਸਾਰ ਜਿਹੜੇ ਵਿਦਵਾਨ ਪੰਡਿਤ ਸਨ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ। ਕਹਿਣ ਲੱਗਾ, ਦੇਖੋ ਬਾਦਸ਼ਾਹ ਦਾ ਹੁਕਮ ਹੈ, ਜਾਂ ਤਾਂ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ ਆਪਣੇ ਆਪ। ਜੇ ਇਸਲਾਮ ਕਬੂਲ ਕਰੋਗੇ ਇਸ ਰਾਜ ਵਿੱਚ ਤੁਸੀਂ ਸੁੱਖ ਨਾਲ ਰਹਿ ਸਕੋਗੇ, ਤੁਹਾਨੂੰ ਉੱਚੀਆਂ ਪਦਵੀਆਂ ਮਿਲਣਗੀਆਂ। ਜੇਕਰ ਤੁਸੀਂ ਇਸਲਾਮ ਨਹੀਂ ਕਬੂਲ ਕਰਦੇ ਤੇ ਫਿਰ ਤੁਹਾਡੇ ਤੇ ਤਸ਼ੱਦਦ ਕੀਤਾ ਜਾਏਗਾ, ਤੁਹਾਨੂੰ ਡਰਾਇਆ ਧਮਕਾਇਆ ਜਾ ਸਕਦਾ ਹੈ, ਤੁਹਾਡੀ ਜ਼ਮੀਨ ਭੋਏ ਭਾਂਡਾ ਜਿਹੜਾ ਉਹ ਜ਼ਬਤ ਕੀਤਾ ਜਾਏਗਾ, ਤੇ ਜੇ ਤੁਸੀਂ ਤਾਂ ਵੀ ਨਾ ਮੰਨੇ ਤੇ ਫਿਰ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ। ਜਦੋਂ ਵਿਦਵਾਨ ਪੰਡਤਾਂ ਨੂੰ ਇਹ ਗੱਲ ਔਰੰਗਜ਼ੇਬ ਦੇ ਸੂਬੇਦਾਰ, ਕਸ਼ਮੀਰ ਦੇ ਸੂਬੇਦਾਰ ਨੇ ਕਹੀ ਤੇ ਉਸ ਵੇਲੇ ਇਹ ਸੱਜਣਾ ਦਾ ਅੰਦਰ ਕੰਬ ਉੱਠਿਆ। ਮਨ ਚਾਹਿਆ ਹੁਣ ਇਹਨੂੰ ਉੱਤਰ ਕੀ ਦਈਏ। ਇਹ ਇੱਕੋ ਗੱਲ ਕਹਿ ਰਿਹਾ, ਜਾਂ ਇਸਲਾਮ ਤੇ ਜਾਂ ਫਿਰ ਮੌਤ। ਤੇ ਸਿਆਣੇ ਪੰਡਿਤ ਸਨ, ਉਹਨਾਂ ਵਿੱਚੋਂ ਇੱਕ ਨੇ ਕਿਹਾ, ਕਹਿਣ ਲੱਗਾ, ਸੂਬੇਦਾਰ ਸਾਨੂੰ 6 ਮਹੀਨੇ ਦਾ ਸਮਾਂ ਦਿੱਤਾ ਜਾਏ, 6 ਮਹੀਨੇ ਦੀ ਮੌਹਲਤ ਦਿੱਤੀ ਜਾਏ। 6 ਮਹੀਨੇ ਅਸੀਂ ਸਲਾਹ ਕਰ ਲੈਨੇ ਆ, ਅਸੀਂ ਕੁਝ ਸਮਾਂ ਯਾਤਰਾ ਕਰ ਲੈਨੇ ਆ, ਪਰਤ ਕੇ ਜੋ ਤੂੰ ਸਾਨੂੰ ਤਜਵੀਜ਼ ਪੇਸ਼ ਕੀਤੀ ਏ 6 ਮਹੀਨੇ ਬਾਅਦ ਅਸੀਂ ਤੇਰੀ ਇਸ ਤਜਵੀਜ਼ ਦਾ ਉੱਤਰ ਦਿਆਂਗੇ। ਗੁਰਮਖੋ, ਇੱਕ ਪਾਸੇ ਔਰੰਗਜ਼ੇਬ ਦਾ ਹੁਕਮ ਜਾਰੀ ਹੋ ਗਿਆ, ਦੂਜੇ ਪਾਸੇ ਇਹ ਪੰਡਿਤ ਵਿਦਵਾਨ ਵਾਪਸ ਘਰਾਂ ਨੂੰ ਆਏ ਤੇ ਅੰਦਰ ਕੰਬ ਉੱਠਿਆ ਕਿ ਹੁਣ ਜਾਈਏ ਕਿਹੜੇ ਪਾਸੇ। ਇੱਥੇ ਕੁਝ ਇਤਿਹਾਸਕਾਰ ਇਹ ਕਹਿੰਦੇ ਨੇ, ਆ ਹਿਸਟਰੀ ਆਫ ਕਸ਼ਮੀਰ, ਉਹਦੇ ਵਿੱਚ ਇੱਕ ਬੜੀ ਸੋਹਣੀ ਘਟਨਾ ਦਿੱਤੀ ਹੈ। ਕਹਿੰਦੇ ਨੇ ਇਹ ਪੰਡਿਤ ਜਦੋਂ ਡਰ ਦੇ ਮਾਰੇ, ਮਨ ਵਿੱਚ ਭੈ ਸੀ ਸਾਹਮਣੇ ਮੌਤ ਹੈ, ਕੋਈ ਆਸਰਾ ਨਾ ਮਿਲਿਆ। ਰਾਜਪੂਤ ਆਪਣੀ ਫੁੱਟ ਵਿੱਚ ਪਏ ਸਨ, ਮਰਹੱਟੇ ਜਿਹੜੇ ਨੇ ਉਹ ਆਪਣੇ ਵਿੱਚ ਹੀ ਉਲਝੇ ਪਏ ਨੇ। ਕੋਈ ਐਸਾ ਨਹੀਂ ਨਜ਼ਰ ਆਉਂਦਾ ਪਿਆ ਕਿ ਜਿਹੜਾ ਸਾਹਮਣੇ ਛਾਤੀ ਠੋਕ ਕੇ ਇਹ ਕਹਿ ਸਕੇ ਕਿ ਮੈਂ ਤੁਹਾਡਾ ਸਾਥ ਦੇਵਾਂਗਾ। ਅਖੀਰ ਤੇ ਇਹਨਾਂ ਨੇ ਤੀਰਥਾਂ ਦੀ ਯਾਤਰਾ ਕਰ ਦਿੱਤੀ। ਆ ਹਿਸਟਰੀ ਆਫ ਕਸ਼ਮੀਰ ਵਿੱਚ ਇਹ ਲਿਖਿਆ ਹੈ ਕਿ ਇਹ ਅਮਰਨਾਥ ਦੀ ਯਾਤਰਾ ਨੂੰ ਗਏ। ਜਦੋਂ ਅਮਰਨਾਥ ਦੀ ਗੁਫਾ ਵਿੱਚ ਗਏ, ਇਹਨਾਂ ਨੇ ਜਾ ਕੇ ਫਰਿਆਦ ਕੀਤੀ। ਮੈਂ ਇਹ ਜਿਹੜੇ ਸ਼ਬਦ ਕਹਿ ਰਿਹਾ ਵਾਂ, ਇਹਨੂੰ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ, ਕਈ ਹੋਰ ਸੱਜਣਾ ਨੇ ਵੀ ਕੋਟ ਕੀਤਾ ਹੈ। ਅਮਰਨਾਥ ਦੀ ਗੁਫਾ ਵਿੱਚ ਇਹਨਾਂ ਨੇ ਜਾ ਕੇ ਫਰਿਆਦ ਕੀਤੀ। ਕਹਿੰਦੇ ਨੇ ਉੱਥੇ ਰਾਤ ਸੁੱਤਿਆਂ ਹੋਇਆਂ ਇੱਕ ਪੰਡਿਤ ਨੂੰ ਸੁਪਨਾ ਆਇਆ। ਕੁਝ ਸੱਜਣ ਪੰਡਿਤ ਕਿਰਪਾ ਨਾਮ ਦਾ ਨਾਮ ਲੈਂਦੇ ਨੇ, ਕਿਰਪਾ ਰਾਮ ਦਾ। ਕਹਿੰਦੇ ਨੇ ਰਾਤ ਸੁਪਨਾ ਆਇਆ ਤੇ ਸੁਪਨੇ ਵਿੱਚ ਸ਼ਿਵ ਜੀ ਨੇ ਇਸ਼ਾਰਾ ਕੀਤਾ ਕਿ ਇਸ ਹਿੰਦੁਸਤਾਨ ਦੀ ਧਰਤੀ ਤੇ ਤੁਹਾਡੀ ਕੋਈ ਵੀ ਬਾਂਹ ਪਕੜਨ ਵਾਲਾ ਨਹੀਂ। ਜੇ ਤੁਸੀਂ ਆਪਣੇ ਤਿਲਕ ਨੂੰ, ਆਪਣੇ ਜੰਨੂ ਨੂੰ, ਆਪਣੇ ਧਰਮ ਨੂੰ ਬਚਾਉਣਾ ਚਾਹੁੰਦੇ ਹੋ ਤੇ ਛੱਡ ਕੇ ਅਮੀਰਾਂ ਦਾ ਆਸਰਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਚਲੇ ਜਾਓ। ਗੁਰੂ ਤੇਗ ਬਹਾਦਰ ਹੀ ਕੇਵਲ ਦੁਖੀਆਂ ਦੀ ਬਾਂਹ ਪਕੜ ਸਕਦਾ ਹੈ, ਉਹਦੇ ਤੋਂ ਬਿਨਾ ਤੁਹਾਡੀ ਪੁਕਾਰ ਕਿਸੇ ਨੇ ਸੁਣੀ ਨਹੀਂ। ਹਕੀਕਤ ਹੈ, ਉਸ ਘਟਨਾ ਨੂੰ, ਇਤਿਹਾਸ ਨੂੰ, ਇਤਿਹਾਸਕਾਰਾਂ ਨੇ ਇਸ ਘਟਨਾ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਹੈ। ਇਹ ਸਾਰੇ ਪੰਡਿਤ 16 ਬੰਦਿਆਂ ਦਾ ਡੈਪੂਟੇਸ਼ਨ ਆਇਆ ਸੀ। 16 ਮੈਂਬਰੀ ਇੱਕ ਡੈਪੂਟੇਸ਼ਨ ਆਇਆ, ਫਰਿਆਦੀ ਬਣ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਗੁਰਮਖੋ, ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਬਿਰਾਜਮਾਨ ਨੇ। ਤੇ ਅੱਜ ਵੀ ਜਦੋਂ ਤੁਸੀਂ ਆਨੰਦਪੁਰ ਸਾਹਿਬ ਜਾਂਦੇ ਹੋ ਤੇ ਕਦੀ ਉਸ ਗੁਰਦੁਆਰੇ ਦੇ ਦਰਸ਼ਨ ਕਰਿਆ ਕਰੋ ਜਿੱਥੇ ਇਹਨਾਂ ਸੱਜਣਾ ਨੇ ਆ ਕੇ ਪੁਕਾਰ ਕੀਤੀ ਸੀ। ਆਪਾਂ ਜਾਣੇ ਆ, ਤਖਤ ਸਾਹਿਬ ਦੇ ਦਰਸ਼ਨ ਕਰਨੇ ਆ, ਆਨੰਦਗੜ੍ਹ ਕਿਲੇ ਦੇ ਦਰਸ਼ਨ ਕਰਨੇ ਆ, ਪਰ ਉੱਥੇ ਖਾਸ ਕਰਕੇ 2 ਥਾਵਾਂ, ਇੱਕ ਜਿੱਥੇ ਇਹਨਾਂ ਨੇ ਫਰਿਆਦ ਕੀਤੀ ਉਹ ਪੁਕਾਰ ਵਾਲੀ ਥਾਂ, ਤੇ ਦੂਸਰਾ ਜਿੱਥੇ ਮੇਰੇ ਕਲਗੀ ਵਾਲੇ ਪ੍ਰੀਤਮ ਨੇ ਆਪਣੇ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ ਸੀ, ਉਹ ਸੀਸਗੰਜ ਹੈ। ਅੱਜ ਵੀ ਕਦੀ ਦੇਖੋ, ਸਿਆਣੇ ਕਰਨੀ ਵਾਲੇ ਇੱਕ ਗੱਲ ਕਹਿੰਦੇ ਸਨ, ਕਹਿੰਦੇ ਨੇ ਜੇ ਤੇਰੀ ਕਿਤੇ ਵੀ ਪੁਕਾਰ ਨਹੀਂ ਸੁਣੀ ਜਾਂਦੀ, ਜਿਸ ਥੜੇ ਤੇ ਜਾ ਕੇ ਕਸ਼ਮੀਰੀ ਪੰਡਤਾਂ ਨੇ ਪੁਕਾਰ ਕੀਤੀ, ਉਹ ਸਜਣਾ
उस थड़े ते खलो के तू अपने अंदर दी पुकार कर सच जान। गुरु तेग बहादुर उदन भी पुकार सुनते ने, अज फरियाद करें ते आनंदपुर अज भी पुकारा सुनिया जांदियां ने। ये 16 मैंबरां दा एक डेपूटेशन साहब गुरु तेग बहादुर जी दे चरनां विच आ पहुंचे। इन्हां फरियादियां ने एक पुकार कीती ते गुरु तेग बहादुर दे चरनां विच खलो के शब्द कह के दुखी विपर चल के आए पुरी आनंद। ये इतिहास दे शब्द ने। दुखी विपर ਇਹਦਾ अर्थ है दुखी पंडित जेड़े सन चल के आए पुरी आनंद, तुर के आनंदपुर साहब दी धरती ते आए ते आके पुकार करके कह लगे बाहां आ साडी पकड़िए। जेड़ा असी रोज एक बचन पढ़ने मैं उस नूं अगे तरतीब देनी चाहना। बाहां आ साडी पकड़िए श्री हरगोबिंद के चंद। हे धन गुरु हरगोबिंद साहब दे पुत्र गुरु तेग बहादुर जी, अज साडी कोई भी बाह पकड़न नूं तैयार नहीं। किरपा कर तेरे घर तो बिना होर कोई घर नहीं दिसदा पिया। साडी दुखियां दी बाह पकड़ सकना है ते डुबदियां खोयां दी बाह पकड़ के हिंदू धर्म दी नैया तू किनारे ला दे। तवज्जो दिया जे गुरमुखो, जदों इन्हां ने यह शब्द कहे कि बाह साडी पकड़ी है श्री हरगोबिंद के चंद ते अगो गुरु तेग बहादुर दे बचन सन। ये भट्ट चांद दे कहे होए ने। कह लगे बाह साडी पकड़ी है ते गुरु तेग बहादुर दे मुख तो भट्ट चांद ने बचन कराया है। कह लगे चित चरण कमल का आसरा, चित चरण कमल संग जोड़िए। मन लोचै बुराइयां गुर शब्दी ए मन खोड़िए। बाह जिन्हां दी पकड़िए सिर दीजै बाह ना छोड़िए। कह लगे साडी बाह पकड़ो। ते एक दर ऐसा है जिदे तो आवाज आई कि जे किसे दी कुट के बाह पकड़ लईए सिर तां अपना दे दईए पर कदी किसे दी बाह ना छड़ दईए, धोखा ना दईए। कहंदे ने उन्हां पुकार कीती कि बाह साडी पकड़िए श्री हरगोबिंद के चंद। ते गुरु तेग बहादुर कह रहे सन चित चरण कमल का आसरा, चित चरण कमल संग जोड़िए। मन लोचै बुराइयां गुर शब्दी ए मन खोड़िए। कह लगे बाह जिन्हां दी पकड़िए सिर दीजै बाह ना छोड़िए। तेग बहादुर बोलिया धर पईए धर्म ना छोड़िए। मर के तां भावें अपने आप नूं कुर्बान कर दईए पर जिउंदे जी कदी भी अपने धर्म नूं छड्डना नहीं चाहिदा। मैं इत्थे कुछ समा रुकना चाहना ते गुरु ग्रंथ साहिब दे शब्द दी टेक लैके एक मन विच ख्याल उपजेगा कि गुरु तेग बहादुर जी दी शहादत तिलक ते जंजू दी खातर होई। आपां गुरु कलगीधर जी दे बचन पढ़ने पर यह गल कदी ना भुल्लिओ कि गुरु तेग बहादुर दे नाम नाल 3 शब्द जोड़े जांदे ने। एक शब्द है खिंद दी चादर, दूजा शब्द मैं पढ़िया कि धर्म दी चादर ते तीजा शब्द पढ़िया है सृष्टि दी चादर। आप कहोगे 3 शब्द क्यों? जदों असीं कल्ले कहने खिंद दी चादर ते मन विच ये ख्याल उपजेगा कि गुरु तेग बहादुर जी मुसलमानां दे विरोध भी सन। दूसरी बेनती देखो, धर्म दी चादर शब्द बड़ा टुकदा है, खिंद दी चादर कोई माड़ा शब्द नहीं। धर्म दी चादर दा अर्थ है उस दिन तिलक ते जंजू दा धर्म खतरे विच सी ते गुरु तेग बहादुर उन्हां दी चादर बन गए। जे किते सुन्नत मसीत ते 5 वक्त दी नमाज खतरे विच पई हुंदी ते गुरु तेग बहादुर ने उन्हां दी भी चादर बन जाना सी। गुरु तेग बहादुर धर्म दी चादर ने, धर्म दी आज़ादी दी गल पै करदे ने। हुण इत्थे कुछ समा आपां रुकना है कि गुरु ग्रंथ साहिब दा बाबे ने नानक दे घर दा सिद्धांत की है। गुरमुखो, जदों असीं बाणी पढ़ने आपां आम तौर ते कली शस्त्र दी गल करने तलवार चुकी। गुरमुखो, कदी गुरु ग्रंथ साहिब दे शब्द पढ़ो। मेरे बाबे नानक ने धर्म दी आज़ादी दी जितनी गल कीती बाणी विच ते जिन्ना हिंदुस्तान दे ऐश विच मस्त होए लोकां नूं टुंबिया, शायद उस वेले दे किसे विद्वान ने, किसे धार्मिक आचार्य ने, किसे उस वेले दे साध संत ते गुरु ने शब्द कहे होण जेड़े शब्द मेरे बाबे नानक ने हिंदुस्तानियां दी आत्मा नूं झंझोड़न वास्ते वरते। मैं कुछ प्रमाण बाणी विचों अर्ज करने चाहना। आप बाणी पढ़दे हो, गुरु नानक दे घरों एक आवाज आई सी, कहन लगे कल काती राजे कसाई। गुरु नानक साहब दा शब्द है धर्म दी आज़ादी, बाहर दी आज़ादी
ਕਹਿਣ ਲੱਗੇ ਸਿੱਖ ਹਿੰਦੁਸਤਾਨ ਦੀ ਧਰਤੀ ਤੇ ਰਾਜੇ ਕਸਾਈ ਬਣ ਗਏ ਨੇ। ਜਿਹੜੇ ਧਰਮ ਦੀ ਆਪਾਂ ਗੱਲ ਕਰਨੇ ਆ, ਧਰਮ ਖੰਭ ਲਾ ਕੇ ਉਡਾਰੀ ਮਾਰ ਕੇ ਕਿਤੇ ਚਲਾ ਗਿਆ ਹੈ। ਕਲ ਕਾਤੀ ਰਾਜੇ ਕਸਾਈ, ਧਰਮ ਪੰਕਰ ਉੱਡ ਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ। ਖੋ ਭਾਲ ਵਿਕੁੰਨੀ ਕੋਈ, ਅੰਧੇਰੇ ਰਾਹ ਨਾ ਕੋਈ। ਸੱਚੇ ਪਾਤਸ਼ਾਹ ਰਾਜੇ ਕਸਾਈ ਹੋ ਗਏ। ਕੀ ਇੱਥੇ ਪੜ੍ਹੇ ਲਿਖੇ ਵਿਦਵਾਨ ਸੱਜਣ ਨਹੀਂ? ਕਿ ਹਿੰਦੁਸਤਾਨ ਦੀ ਧਰਤੀ ਤੇ ਇਸ ਜ਼ੁਲਮੀ ਰਾਜਿਆਂ ਦੇ ਬਰਖਲਾਫ ਵਿਰੋਧ ਵਿੱਚ ਖੜੇ ਹੋਣ ਵਾਲੇ ਕੋਈ ਨਹੀਂ? ਤੇ ਮੇਰੇ ਬਾਬੇ ਨਾਨਕ ਦੇ ਘਰੋਂ ਇੱਕ ਆਵਾਜ਼ ਆਈ, ਕਹਿਣ ਲੱਗੇ ਪੜ੍ਹੇ ਲਿਖੇ ਵੀ ਵਿਕ ਚੁੱਕੇ ਨੇ, ਪੜ੍ਹੇ ਲਿਖੇ ਵੀ ਕੇਵਲ ਜ਼ੁਲਮ ਕਰਨ ਵਾਲਿਆਂ ਦਾ ਹੱਥ ਟੋਕਾ ਬਣ ਚੁੱਕੇ ਨੇ। ਬਾਬਾ ਜੀ ਦਾ ਇੱਕ ਸ਼ਲੋਕ ਹੋਰ ਆਉਂਦਾ ਹੈ, ਕਹਿੰਦੇ ਨੇ ਦੇਖੋ ਜਿਹੜੇ ਪੜ੍ਹੇ ਨੇ ਉਹਨਾਂ ਦੀ ਬਿਰਤੀ ਬਣ ਗਈ ਸੀ ਖਰਨਾ ਵਰਗੀ, ਉਹਨਾਂ ਦੀ ਬਿਰਤੀ ਬਣ ਗਈ ਸੀ ਬਾਜਾਂ ਵਰਗੀ। ਮਹਾਰਾਜ ਖਰਨ ਤੇ ਬਾਜਾਂ ਵਰਗੀ ਕਿਉਂ? ਕਿਉਂਕਿ ਖਰਨ ਨੂੰ ਜਦੋਂ ਸ਼ਿਕਾਰੀ ਸਿਖਾਉਂਦਾ ਹੈ, ਇੱਕ ਹਰਨ ਨੂੰ ਸਿਖਾਇਆ, ਉਹਨੂੰ ਖਰਾ ਘਾਹ ਵੀ ਪਾਇਆ, ਆਪਣੇ ਘਰ ਵਿੱਚ ਉਸ ਦੀ ਰਾਖੀ ਕੀਤੀ, ਤੇ ਇਸ ਸਿਖਾਏ ਹੋਏ ਖਰਨ ਨੂੰ ਜੰਗਲ ਵਿੱਚ ਤੋਰਦਾ ਹੈ। ਤੇ ਇਹ ਖਰਨ ਕੀ ਕਰਦਾ ਹੈ ਕਿ ਜੰਗਲ ਵਿੱਚ ਜਾ ਕੇ ਆਪਣੇ ਵਰਗੇ ਆਪਣੀ ਨਸਲ ਦੇ ਖਰਨਾਂ ਨੂੰ ਆਪਣੇ ਪਿੱਛੇ ਲਾ ਕੇ ਸ਼ਿਕਾਰੀ ਦੇ ਘਰ ਤੇ ਲੈ ਆਉਂਦਾ ਹੈ। ਸਿਖਾਏ ਹੋਏ ਖਰਨ ਤੇ ਭਰੋਸਾ ਕਰਕੇ ਜੰਗਲ ਦੇ ਖਰਨ ਇਹਦੇ ਪਿੱਛੇ ਤੁਰਦੇ ਨੇ। ਤੇ ਉਹ ਕਿਤਨਾ ਬਦਕਿਸਮਤ ਹੈ, ਆਪ ਤਾਂ ਸ਼ਿਕਾਰੀ ਦੇ ਘਰ ਨੂੰ ਚਲਾ ਗਿਆ ਤੇ ਆਪਣੀ ਨਸਲ ਦੇ ਖਰਨਾਂ ਨੂੰ ਮਰਵਾਉਣ ਦੇ ਲਈ ਉਹਨੂੰ ਸ਼ਿਕਾਰੀ ਦੇ ਸਾਹਮਣੇ ਲੈ ਆਂਦਾ। ਉਸ ਸ਼ਿਕਾਰੀ ਨੇ ਪਿੱਛੇ ਆਏ ਖਰਨਾਂ ਨੂੰ ਤੀਰਾਂ ਨਾਲ ਗੋਲੀਆਂ ਨਾਲ ਵਿੰਨ ਕੇ ਰੱਖ ਦਿੱਤਾ। ਖਰਨ ਸਿਖਾਇਆ ਪਰ ਆਪਣੀ ਨਸਲ ਦਾ ਹੀ ਨਾਸ਼ ਪਿਆ ਮਾਰਦਾ ਹੈ। ਕਹਿਣ ਲੱਗੇ ਬਾਜ ਨੂੰ ਸਿਖਾਇਆ ਤੇ ਬਾਜ ਉੱਡਿਆ ਆਕਾਸ਼ ਦੇ ਵਿੱਚ। ਇਸ ਉੱਡਣ ਵਾਲੇ ਪੰਛੀ ਨੇ ਤਿੱਤਰ ਬਟੇਰੇ ਪਕੜੇ। ਕਹਿਣ ਲੱਗੇ ਤੈਨੂੰ ਕੀ ਸ਼ਿਕਾਰੀ ਨੇ ਸਿਖਾ ਦਿੱਤਾ? ਕਾਦੀ ਤੇਰੀ ਪੜ੍ਹਾਈ ਕੋਈ? ਆਪਣੀ ਨਸਲ ਦਾ ਹੀ ਤੂੰ ਕਤਲ ਕਰਵਾਉਣ ਵਾਸਤੇ ਤੁਰ ਪਿਆ ਹੈ। ਖਰਨ ਸਿਖਾਇਆ ਆਪਣਿਆਂ ਨੂੰ ਮਰਵਾਉਂਦਾ ਹੈ, ਬਾਜ ਸਿਖਾਇਆ ਆਪਣਿਆਂ ਨੂੰ ਖਤਮ ਕਰਾਂਦਾ ਹੈ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਜਿਹੜੇ ਪੜ੍ਹੇ ਲਿਖੇ ਚੌਧਰੀ ਸਰਦਾਰ ਨੇ ਇਹ ਆਪਣਿਆਂ ਦੀਆਂ ਕੂਕਾਂ ਫਰਿਆਦਾਂ ਨਹੀਂ ਸੁਣਦੇ, ਹਕੂਮਤ ਦੇ ਹੱਕ ਠੋਕੇ ਬਣ ਕੇ ਆਪਣਿਆਂ ਉੱਤੇ ਹੀ ਜ਼ੁਲਮ ਕਰਨ ਚੱਲ ਪੈਂਦੇ। ਬਾਬਾ ਜੀ ਨੇ ਉਸ ਵੇਲੇ ਦੀ ਦਸ਼ਾ ਨੂੰ ਬਿਆਨ ਕੀਤਾ। ਕਹਿਣ ਲੱਗੇ ਖਰਨਾ, ਬਾਜਾਂ, ਤੈ ਸਿਕਦਾਰਾਂ, ਇਹਨਾਂ ਪੜ੍ਹਿਆ ਨਾ, ਇਹਨਾਂ ਨੂੰ ਅਸੀਂ ਕਹਿੰਦੇ ਆ ਪੜ੍ਹੇ ਨੇ। ਖਰਨ ਸਿਖਾਇਆ ਪਰ ਆਪਣੇ ਹੀ ਕਤਲ ਕਰਵਾਉਣ ਤੁਰ ਪਿਆ। ਬਾਜ ਸਿਖਾਇਆ ਆਪਣਿਆਂ ਨੂੰ ਹੀ ਪਕੜਨ ਚਲਾ ਗਿਆ। ਖਰਨਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜ੍ਹਿਆ ਨਾਉ, ਫਾਂਦੀ ਲੱਗੀ ਜਾਤ ਫਹਾਇਨ, ਅੱਗੇ ਨਾਹੀ ਠਾਉ। ਸੋ ਪੜਿਆ ਸੋ ਪੰਡਤ ਬੀਨਾ, ਜਿਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉਪਰ ਹੋਵੇ ਛਾਉ। ਹੁਣ ਅਗਲੀ ਤੁਕ ਵੱਲ ਧਿਆਨ ਦਿਆ ਜੇ। ਕਹਿਣ ਲੱਗੇ ਰਾਜੇ ਸ਼ੀ ਮੁਕੱਦਮ ਕੁੱਤੇ। ਇਹ ਕਦੀ ਇਤਿਹਾਸ ਵਿੱਚੋਂ ਤੁਸੀਂ ਕਿਤੇ ਵਿੱਚੋਂ ਵੀ ਨਹੀਂ ਪੜੋਗੇ, ਕਿਸੇ ਵਿੱਚੋਂ ਜਿਹੜੇ ਬਚਨ ਬਾਬੇ ਨਾਨਕ ਦੇ ਘਰੋਂ ਆਵਾਜ਼ ਆਈ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚਟ ਜਾਓ। ਗੁਰੂ ਜੀ ਕਹਿੰਦੇ ਨੇ ਰਾਜੇ ਤਾਂ ਸ਼ੀ ਬਣੇ ਬੈਠੇ ਨੇ, ਰਾਜੇ ਤਾਂ ਸ਼ੇਰ ਬਣੇ ਬੈਠੇ ਨੇ, ਨੌਕਰ ਇਹਨਾਂ ਦੇ ਅੱਗੋਂ ਕੁੱਤੇ ਐਲਕਾਰ ਬਣੇ ਨੇ, ਨੌਕਰ ਚਾਕਰ ਨਾਂਦਾ ਬਣੇ ਪਏ ਨੇ। ਆਪ ਰਾਜੇ ਜ਼ੁਲਮ ਕਰਦੇ ਨੇ, ਨੌਕਰ ਵੀ ਅੱਗੇ ਜ਼ੁਲਮ ਕਰਦੇ ਨੇ, ਤੇ ਬਾਕੀ ਜੇ ਕੁਝ ਬਚ ਜਾਏ ਤੇ ਇਹਨਾਂ ਦੇ ਐਲਕਾਰ ਕੁੱਤਿਆਂ ਦੀ ਤਰ੍ਹਾਂ ਲੋਕਾਂ ਦਾ ਮਾਸ ਨੋਚ ਨੋਚ ਕੇ ਖਾਂਦੇ ਪਏ। ਤਵੱਜੋ ਦਿਆ ਜੇ, ਇੱਕ ਪਾਸੇ ਰਾਜਿਆਂ ਨੂੰ ਜ਼ੁਲਮੀ ਕਹਿ ਦਿੱਤਾ। ਹੁਣ ਕਦੀ ਪੜੋ ਉਸ ਵੇਲੇ ਦੇ ਧਰਮ ਦੀ ਦਸ਼ਾ ਕੀ ਹੈ। ਜਿਸ ਤਿਲਕ ਜੰਜੂ ਦੀ ਗੱਲ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਬਚਾਉਣ ਦੀ ਕਰਦੇ ਪਏ ਨੇ, ਮੇਰੇ ਬਾਬੇ ਨਾਨਕ ਨੇ 9 ਸਾਲ ਦੀ ਉਮਰ ਵਿੱਚ ਇਸੇ ਤਿਲਕ ਲਾਉਣ ਵਾਲੇ ਨੂੰ ਤੇ ਜੰਜੂ ਪਾਉਣ ਵਾਲੇ ਨੂੰ ਇੱਕ ਗੱਲ ਕਹੀ ਸੀ। ਪਿਆਰਿਓ, ਆਪਾਂ ਸੋਚਾਂਗੇ ਵੀ ਦੇਖੋ 9 ਸਾਲ ਦੀ ਉਮਰ ਵਿੱਚ ਤਾਂ ਗੁਰੂ ਨਾਨਕ ਨੇ ਜਨੇਊ ਪਾਇਆ ਨਾ, ਤੇ ਗੁਰੂ ਤੇਗ ਬਹਾਦਰ ਉਸ ਤਿਲਕ ਜੰਜੂ ਰਾਖਾਂ ਪ੍ਰਭਤਾਕਾਂ ਉਹਦੀ ਰਾਖੀ ਵਾਸਤੇ ਕਿਉਂ ਚੱਲ ਪਏ? ਧਿਆਨ ਦਿਆ ਜੇ, ਉਦੋਂ ਧੱਕੇ ਨਾਲ ਜਨੇਊ ਪਾਇਆ ਜਾ ਰਿਹਾ ਹੈ ਤੇ ਗੁਰੂ ਨਾਨਕ ਨੇ ਧੱਕੇ ਨਾਲ ਪਾਇਆ ਨਹੀਂ। ਹੁਣ ਧੱਕੇ ਨਾਲ ਕੋਈ ਉਸ ਜਨੇਊ ਨੂੰ ਤੋੜਨਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੀ ਜੋਤ ਧੱਕੇ ਨਾਲ ਜਨੇਊ ਨੂੰ ਉਤਰਨਾ ਵੀ ਨਹੀਂ ਦੇਣਾ ਚਾਹੁੰਦੀ। ਧਰਮ ਦੀ ਆਜ਼ਾਦੀ ਹਰ ਇੱਕ ਨੂੰ ਹੈ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਨਾ, ਬਾਬੇ ਨਾਨਕ ਨੇ
ਜਨੇਊ ਕਿਉਂ ਨਾ ਪਾਇਆ? ਉਹਨਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਧਰਮ ਦਾ ਸੰਬੰਧ ਆਤਮਾ ਨਾਲ ਹੈ, ਤੇ ਜਿਸ ਧਰਮ ਦੇ ਫੋਕੇ ਚਿੰਨ ਕੇਵਲ ਸ਼ਰੀਰ ਦਾ ਵਿਖਾਵਾ ਰਹਿ ਜਾਣ, ਆਤਮਾ ਨੂੰ ਸਕੂਨ ਨਾ ਦੇਣ, ਫਿਰ ਉਸ ਚਿੰਨ ਨੂੰ ਆਪਣੇ ਤਨ ਤੇ ਧਾਰਨ ਕਰਕੇ ਲੈਣਾ ਕੀ ਹੈ? ਕਹਿਣ ਲੱਗੇ ਮੈਂ ਤੇਰੇ ਜਨੇਊ ਦੇ ਬਰਖਲਾਫ ਨਹੀਂ, ਮੈਂ ਤਾਂ ਤੇਰੇ ਕਿਰਦਾਰ ਨੂੰ ਦੇਖ ਕੇ ਕਹਿ ਰਿਹਾ ਕਿ ਤਨ ਉੱਤੇ ਤੂੰ ਜਨੇਊ ਪਾਇਆ ਤੇ ਆਪਣੀ ਅੰਦਰ ਝਾਤੀ ਮਾਰ ਕੇ ਦੇਖ, ਬਾਹਰ ਦਾ ਜਨੇਊ ਅੰਦਰ ਦੀ ਮੈਲ, ਇਹੋ ਜਿਹਾ ਜਨੇਊ ਪਾ ਆਪਣੇ ਤਨ ਉੱਤੇ ਜਿਹੜਾ ਮਰਨ ਤੋਂ ਬਾਅਦ ਵੀ ਤੇਰੀ ਆਤਮਾ ਨਾਲ ਨਿਭ ਜਾਏ। ਬਾਬਾ ਜੀ ਨੇ ਜੀ ਜਨੇਊ ਦੀ ਗੱਲ ਕੀਤੀ, ਆਤਮ ਜਨੇਊ ਦੀ ਬਾਤ ਪਾਈ, ਤੇ ਨਾਲ ਹੀ ਕਹਿ ਦਿੱਤਾ ਦਇਆ ਕਪਾਂ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਜਦੋਂ ਕਿਹਾ ਵੀ ਇਹ ਜਨੇਊ ਨਾਲ ਨਹੀਂ ਜਾਏਗਾ, ਗੁਰੂ ਜੀ ਨੇ ਕਿਹਾ ਚੌਕੜ ਮੁੱਲ ਅਨਾਇਆ ਬਹਿ ਚੌਂਕੈ ਪਾਇਆ। 4 ਕੌਡੀਆਂ ਦਾ ਜਨੇਊ ਆਂਦਾ ਤੇ ਚੌਂਕੇ ਵਿੱਚ ਆ ਕੇ ਤਨ ਉੱਤੇ ਜਨੇਊ ਪਾ ਦਿੱਤਾ। ਸਿੱਖਾਂ ਕੰਨ ਚੜਾਈਆਂ, ਜਿਹਦੇ ਜਨੇਊ ਪਾਇਆ ਉਹਦੇ ਕੰਨ ਵਿੱਚ ਸਿੱਖਾਂ ਦੇ ਦਿੱਤੀ ਕਿ ਗੁਰ ਬ੍ਰਾਹਮਣ ਥੀਆ, ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੈ। ਸਾਹਿਬ ਕਹਿ ਰਹੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਉਹ ਜਲੈ ਨ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਚੌਕੜ ਮੁੱਲ ਅਨਾਇਆ ਬਹਿ ਚੌਂਕੈ ਪਾਇਆ, ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ, ਉਹ ਮੂਆਂ ਉਹ ਝੜ ਪਿਆ ਵੇ ਤੱਗਾ ਗਿਆ। ਕਹਿੰਦੇ ਨੇ ਮੈਂ ਤੇਰੇ ਇਸ ਰਸਮ ਦੇ ਬਾਰੇ ਤਾਂ ਕਹਿ ਰਿਹਾ ਵਾਂ, ਤੂੰ ਸਰੀਰ ਦੇ ਜਨੇਊ ਪਾ ਕੇ ਧਰਮੀ ਨਾ ਬਣ। ਬਾਬਾ ਜੀ ਨੇ ਬਾਣੀ ਵਿੱਚ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੈ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਬਾਬੇ ਨਾਨਕ ਨੇ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਮੈਨੂੰ ਧਾਗੇ ਪਾਣ ਵਾਲਿਆ ਪਹਿਲਾਂ ਆਪਣੇ ਤਨ ਦੇ ਉੱਤੇ ਧਾਗਾ ਪਾ। ਮੈਂ ਬੇਨਤੀ ਤਾਂ ਕਰ ਰਿਹਾ ਵਾਂ, ਮਤ ਸਮਝਿਓ ਕਿ ਗੁਰੂ ਹਿੰਦੂਆਂ ਦੇ ਬਰਖਲਾਫ, ਗੁਰੂ ਮੁਸਲਮਾਨਾਂ ਦੇ ਬਰਖਲਾਫ, ਗੁਰੂ ਕਿਸੇ ਜੋਗੀਆਂ ਦੇ ਬਰਖਲਾਫ। ਹਕੀਕਤ ਇਹ ਵੇ ਜਦੋਂ ਲੋਕ ਧਰਮ ਦਾ ਬੁਰਕਾ ਪਾ ਲੈਣ ਤੇ ਅੰਦਰੋਂ ਧਰਮ ਖੰਭ ਲਾ ਕੇ ਉੱਠ ਜਾਏ, ਭਾਵੇਂ ਸਿੱਖ ਨੇ ਬਾਣਾ ਪਾਇਆ ਹੋਵੇ, ਬਾਬਾ ਨਾਨਕ ਉਹਨੂੰ ਵੀ ਕਹਿ ਦੇਗਾ ਬਾਹਰੋਂ ਤੂੰ ਸਿੱਖ ਬਣਿਆ ਫਿਰਨੇ, ਅੰਦਰ ਝਾਤੀ ਮਾਰ ਕੇ ਦੇਖ, ਅੰਦਰ ਤੇਰਾ ਮਨ ਵਿਕਾਰਾਂ ਨੇ ਪਲੀਤ ਕਰ ਦਿੱਤਾ। ਧਰਮ ਦਾ ਸੰਬੰਧ ਆਤਮਾ ਨੂੰ ਕਮਾਣਦਾ ਹੈ। ਜਦੋਂ ਜਨੇਊ ਪਾਣ ਵਾਲੇ ਨੂੰ ਕਹਿ ਦਿੱਤਾ ਕਿ ਤੂੰ ਤਾਂ ਖੁਦ ਵੀ ਤੱਗਾ ਹੈ, ਆਪ ਧਾਗਾ ਨਹੀਂ ਪਾਇਆ, ਉਹਨੇ ਕਿਹਾ ਦੇਖ ਬਾਬਾ ਨਾਨਕ ਸੱਚੇ ਪਾਤਸ਼ਾਹ ਨੂੰ ਕਿ ਮੈਂ ਆਪਣੇ ਤਨ ਤੇ ਧਾਗਾ ਪਾਇਆ। ਸਤਿਗੁਰੂ ਨੇ ਅੱਗੋਂ ਮੁਸਕਰਾ ਕੇ ਕਿਹਾ, ਕਹਿਣ ਲੱਗੇ ਧਰਮ ਦਾ ਮਤਲਬ ਹੈ ਆਪਣੀ ਇੰਦਰੀਆਂ ਤੇ ਕਾਬੂ ਪਾਣਾ। ਜੇ ਤੂੰ ਧਾਗਾ ਜਨੇਊ ਪਾਣਾ ਲੋਚਨੇ ਤੇ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਤੇ ਧਾਗਾ ਪਾ, ਜਿਹੜੀਆਂ ਅੱਖਾਂ ਪਰਾਇਆ ਤਨ ਤੇ ਪਰਾਇਆ ਧਨ ਤੱਕਦੀਆਂ ਨੇ। ਜੇ ਤੂੰ ਧਾਗਾ ਪਾਣਾ ਆਪਣੀ ਜੀਭ ਤੇ ਧਾਗਾ ਪਾ, ਜਿਹੜੀ ਜੀਭ ਕੇਵਲ ਖੁਸ਼ਾਮਦ ਤੇ ਨਿੰਦਿਆ ਕਰਦੀ ਏ ਤੇ ਕੂੜ ਬੋਲਦੀ ਹੈ। ਜੇ ਧਾਗਾ ਪਾਣੀ ਆਪਣੇ ਕੰਨ ਤੇ ਜਨੇਊ ਪਾ, ਜਿਹੜੇ ਕੰਨ ਕੇਵਲ ਗੰਧਨ ਵੈਣ ਤੇ ਲੋਕਾਂ ਦੇ ਅਵਗੁਣਾਂ ਦੀਆਂ ਬਾਤਾਂ ਤੇ ਨਿੰਦਿਆ ਹੀ ਸੁਣਦੇ ਨੇ। ਜੇ ਧਾਗਾ ਪਾਣਾ ਆਪਣੇ ਹੱਥਾਂ ਨੂੰ ਧਾਗੇ ਨਾਲ ਬੰਨ, ਜਿਹੜੇ ਪਰਾਇਆ ਹੱਕ ਖੋਣ ਜਾਂਦੇ ਨੇ। ਜੇ ਜਨੇਊ ਪਾਣਾ ਆਪਣੇ ਪੈਰਾਂ ਨੂੰ ਘੁੱਟ ਕੇ ਧਾਗੇ ਨਾਲ ਬੰਨ, ਜਿਹੜੇ ਪੈਰ ਬੁਰੇ ਰਸਤੇ ਤੇ ਚੱਲਦੇ ਨੇ। ਜੇ ਤੇਰੀਆਂ ਅੱਖਾਂ, ਜੇ ਤੇਰੀ ਜੇਬਾਂ, ਜੇ ਤੇਰੇ ਕੰਨ, ਜੇ ਤੇਰੇ ਹੱਥ, ਜੇ ਤੇਰੇ ਪੈਰ ਧਰਮ ਵਿੱਚ ਰੰਗ ਕੇ ਨਹੀਂ ਚੱਲਦੇ ਪਏ, ਸੱਚ ਜਾਣੀ ਤੂੰ ਧਾਗਾ ਪਾ ਕੇ ਵੀ ਵਿਤਗਾ ਹੈ। ਬਾਬਾ ਜੀ ਦੇ ਤੁਸੀਂ ਇਹ ਬਚਨ ਪੜ੍ਹਦੇ ਹੋ ਕਿ ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤੱਗ ਨਾ ਪੈਰੀ, ਤੱਗ ਨਾ ਹੱਥੀ, ਤੱਗ ਨਾ ਜੇਵਾ, ਤੱਗ ਨਾ ਅੱਖੀ, ਵੇ ਤੱਗਾਂ ਆਪੇ ਵਤੈ, ਵਟ ਧਾਗੇ ਅਵਰਾਂ ਕੱਤੈ। ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦੱਸੈ ਰਾਹ, ਸੁਣ ਵੇਖੋ ਲੋਕਾਂ ਇਹੋ ਵਿਡਾਨ। ਤੇ ਬਾਬਾ ਜੀ ਨੇ ਕਿਹਾ ਤੂੰ ਧਰਮੀ ਨਹੀਂ, ਮਨ ਅੰਧਾ ਨਾ ਸੁਜਾਨ, ਮਨ ਦਾ ਅੰਨਾ ਹੈ। ਤੇ ਪਿਆਰਿਆ ਬਾਹਰ ਤੂੰ ਆਪਣੇ ਆਪ ਨੂੰ ਸਿਆਣਾ ਕਹਿ ਰਹੇ, ਤਵੱਜੋ ਦਿਆ ਜੇ, ਪਰ ਹਜ਼ੂਰ ਨੇ
ਇਸ ਸੰਕੀਰਨਤਾ ਨੂੰ ਨਹੀਂ ਅਪਣਾਇਆ ਕਿ ਲਓ ਜੀ ਖਿੰਦੂ ਨੇ ਰਾਮ ਕਿਹਾ ਪਰਮਾਤਮਾ ਨੂੰ ਤੇ ਮੈਂ ਰਾਮ ਨਹੀਂ ਕਹਿਣਾ। ਮੈਂ ਕਹਿੰਦਾ ਗੁਰੂ ਜੀ ਨਾ ਹਿੰਦੂ ਦੇ, ਨਾ ਮੁਸਲਮਾਨ ਦੇ, ਨਾ ਈਸਾਈ ਦੇ, ਨਾ ਮੁਸਾਈ ਦੇ, ਨਾ ਜੋਗੀ ਦੇ, ਕੇਵਲ ਜਿਹੜਾ ਧਰਮ ਦੇ ਨਾਂ ਤੇ ਧਰਮ ਦਾ ਬੁਰਕਾ ਪਾ ਕੇ ਜ਼ੁਲਮ ਕਰਦਾ ਤੇ ਚਾਹੇ ਕੋਈ ਧਰਮ ਦੇ ਨਾਂ ਤੇ ਪਖੰਡ ਕਰਦਾ, ਬਾਬਾ ਜੀ ਉਹਦੇ ਵਿਰੋਧ ਵਿੱਚ ਬੋਲਦੇ। ਆ ਦੇਖੋ, ਜੇ ਜਨੇਊ ਦੀ ਗੱਲ ਕੀਤੀ ਤੇ ਬਾਬਾ ਜੀ ਨੇ ਮੁਸਲਮਾਨ ਨੂੰ ਇੱਕ ਸ਼ਬਦ ਕਹੇ, ਕਹਿੰਦੇ ਨੇ ਤੂੰ 5 ਵਕਤ ਦਾ ਨਮਾਜ਼ੀ ਹੈ। ਉਹ 5 ਵਕਤ ਮਸੀਤ ਵਿੱਚ ਜਾਣ ਵਾਲਿਆਂ, ਦੇਖ ਆਪਣੇ ਅੰਦਰ ਝਾਤੀ ਮਾਰ, ਬਾਹਰ ਦੀ ਮਸੀਤ ਵਿੱਚ ਜਾਇਆ ਕੁਝ ਨਹੀਂ ਬੰਨਾ, ਮਿਹਰ ਨੂੰ ਮਸੀਤ ਬਣਾ ਲੈ। ਥੱਲੇ ਮੁਸੱਲਾ ਵਿਛਾ ਕੇ ਨਮਾਜ਼ ਪੜਨ ਵਾਲਿਆ, ਸਿਦਕ ਨੂੰ ਮੁਸੱਲਾ ਬਣਾ ਲੈ। ਤੂੰ ਹਲਾਲ ਕਰਕੇ ਖਾਣ ਵਾਲਿਆ, ਹੱਕ ਦੀ ਕਮਾਈ ਕਰ, ਇਹੀ ਤੇਰੇ ਲਈ ਹਲਾਲ ਹੋ ਜਾਏਗਾ। ਸੁਨਨਤ ਕਰਾਉਣ ਵਾਲਿਆ, ਸੁਨਨਤ ਨਾਲ ਨਹੀਂ, ਤੂੰ ਵਕਾਰਾਂ ਵੱਲੋਂ ਸ਼ਰਮ ਕਰ, ਲੱਜਿਆ ਕਰ, ਇਹ ਤੇਰੇ ਲਈ ਸੁਨਨਤ ਬਣ ਜਾਏਗੀ। ਬਾਬਾ ਜੀ ਨੇ ਬਚਨ ਉਹਨੂੰ ਵੀ ਕਹਿ ਦਿੱਤੇ, ਮਿਹਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਨਤ ਸੀਲ ਰੋਜ਼ਾ, ਹੋ ਹੈ ਮੁਸਲਮਾਨ, ਕਰਨੀ ਕਾਬਾ, ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀ ਸਾਤਿਸ ਭਾਵਸੀ, ਨਾਨਕ ਰੱਖੈ ਲਾਜ। ਜੇ ਬਾਬਾ ਜੀ ਦੇ ਸਾਹਮਣੇ ਜੋਗੀ ਆਇਆ, ਇਹਦਾ ਮਤਲਬ ਇਹ ਨਹੀਂ ਕੱਲਾ ਹਿੰਦੂ ਨੂੰ ਕਿਹਾ, ਕੱਲਾ ਮੁਸਲਮਾਨ ਨੂੰ ਕਿਹਾ। ਤੇ ਮੈਂ ਬਾਬਾ ਜੀ ਦਾ ਇੱਕ ਬਚਨ ਗੁਰੂ ਕਲਗੀਧਰ ਦਾ ਆਉਂਦਾ, ਤੇ ਜੇ ਸਿੱਖ ਹੋਵੇ ਧਰੇ ਕੇਸ ਪਹੁਲ ਬਿਨਾ, ਇਹ ਕਹੀ ਜਾ ਮੈਂ ਤਾਂ ਸਿੱਖਾਂ ਕੇਸ ਰੱਖੇ ਨੇ ਜੀ, ਤੇ ਗੁਰੂ ਜੀ ਕਹਿਣ ਲੱਗੇ ਧਰੇ ਕੇਸ ਪਹੁਲ ਬਿਨਾ, ਭੇਖੀ ਮੂੜਾ ਸਿੱਖ, ਕਹਿਣ ਲੱਗੇ ਮੇਰੇ ਦਰਸ਼ਨ ਨਾਹੇ ਤਿਸ, ਪਾਪੀ ਤਿਆਗੈ ਭਿਖ। ਬਾਬਾ ਜੀ ਨੇ ਕਿਹਾ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋ ਲੀਨ। ਭੇਖ ਨਾ ਕਰ। ਜੇ ਜੋਗੀ ਸਾਹਮਣੇ ਆਇਆ ਤੇ ਗੁਰੂ ਨਾਨਕ ਦੇ ਘਰੋਂ ਇੱਕ ਆਵਾਜ਼ ਆਈ, ਕੰਨ ਪਾੜ ਕੇ ਮੁੰਦਰਾ ਨਾ ਪਾ, ਜੇ ਮੁੰਦਰਾ ਪਾਣੀਆਂ ਨੇ ਤੇ ਸੰਤੋਖ ਦੀਆਂ ਪਾ। ਉਹ ਸੱਜਣਾ, ਤੂੰ ਆ ਖੱਪਰ ਪਕੜ ਕੇ ਮੰਗਣ ਤੁਰ ਪੈਣਾ, ਖੱਪਰ ਪਕੜ ਕੇ ਮੰਗਤਾ ਨਾ ਬਣ। ਆਪਣੇ ਹੱਥਾਂ ਵਿੱਚ ਕਿਰਤ ਦਾ ਖੱਪਰ ਪਕੜ, ਤੇਰੇ ਦਰ ਤੋਂ ਆਏ ਹੋਏ ਕਿਸੇ ਲੋੜਵੰਦ ਨੂੰ ਖੈਰ ਪੈ ਸਕੇ। ਤੂੰ ਆ ਗੋਦੜੀ ਪਾ ਕੇ ਤੁਰਿਆ ਫਿਰਨੇ, ਆਪਣੇ ਉੱਤੇ ਮੌਤ ਦੀ ਗੋਦੜੀ ਪਾ ਕੇ ਤੁਰ। ਆ ਸਵਾ ਮਲ ਦਾ ਲਾਭ ਕੋਈ ਨਹੀਂ, ਤੂੰ ਧਿਆਨ ਦੀ ਸਵਾ ਮਲ ਆਪਣੇ ਪਿੰਡੇ ਤੇ। ਬਾਬਾ ਜੀ ਨੇ ਉਹਦੇ ਬਾਹਰ ਦੇ ਚਿੰਨ੍ਹਾਂ ਵਿੱਚੋਂ ਅੰਦਰ ਕਮਾਨ ਦੀ ਗੱਲ ਕਹੀ, ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਕਰਾਮਾਤਾਂ ਨਾਲ ਲੋਕ ਨਹੀਂ ਜਿੱਤੇ ਜਾਂਦੇ ਜੋਗੀ, ਜਿਨੇ ਅੰਦਰ ਨੂੰ ਜਿੱਤ ਲਿਆ ਉਹਨੇ ਜਗਤ ਨੂੰ ਜਿੱਤ ਲਿਆ। ਮਨ ਜੀਤੈ ਜਗਜੀਤ। ਆਪਣੇ ਆਪ ਨੂੰ ਮਿਲ ਕੇ ਆਦੇਸ਼ ਆਦੇਸ਼ ਨਾ ਕਰੋ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਮੈਂ ਤਾਂ ਇਹ ਥੋੜਾ ਜਿਹਾ ਪਿਛੋਕੜ ਵਿੱਚ ਗਿਆ ਵਾਂ ਕਿ ਇਸ ਗੱਲ ਨੂੰ ਅਸੀਂ ਸਮਝ ਲਈਏ ਕਿ ਧਰਮ ਦੀ ਆਜ਼ਾਦੀ ਦੀ ਗੱਲ ਬਾਬੇ ਨਾਨਕ ਨੇ ਠੋਕ ਕੇ ਕੀਤੀ। ਧਰਮ ਦੇ ਬੁਰਕੇ ਥੱਲੇ ਕੁਕਰਮ ਕਰਨ ਵਾਲਿਆਂ ਨੂੰ ਹਜ਼ੂਰ ਨੇ ਸੰਸਾਰ ਵਿੱਚ ਸੱਚ ਕੀ ਬੇਲਾ ਸੱਚ ਬੋਲ ਕੇ ਸੁਣਾਇਆ, ਤੇ ਕੇਵਲ ਧਰਮੀਆਂ ਨੂੰ ਨਹੀਂ। ਜਿਸ ਦਿਨ ਬਾਬਰ ਆਇਆ ਤੇ ਉਸ ਦਿਨ ਬਾਬੇ ਨੇ ਕਹਿ ਦਿੱਤਾ ਸੀ ਕਿ ਪਾਪ ਦੀ ਜੰਜ ਦਾ ਲਾੜਾ ਆ ਰਿਹਾ ਹੈ ਤੇ ਜ਼ੋਰੀ ਦਾਨ ਮੰਗੇਗਾ। ਤੁਸੀਂ ਇਹ ਸ਼ਬਦ ਵੀ ਪੜ੍ਹਦੇ ਹੋ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਅਸੀਂ ਬਚਨ ਪੜ੍ਹਨੇ ਆ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਇੱਥੇ ਜੋਰੀ ਦਾ ਅਖਰੀ ਅਰਥ ਕੇਵਲ ਦੌਲਤ ਨਹੀਂ, ਧੱਕਾ ਨਹੀਂ। ਇੱਥੇ ਜੋਰੀ ਸ਼ਬਦ ਹੈ, ਜੋਰੂ ਤੋਂ ਜੋਰੀ ਦਾ ਅਰਥ ਹੈ ਇਸਤਰੀਆਂ। ਜੇ ਜੰਜ ਦਾ ਲਾੜਾ ਬਣ ਕੇ ਆਇਆ ਤੇ ਇਸਤਰੀਆਂ ਦਾ ਦਾਨ ਮੰਗੇਗਾ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਕਹਿਣ ਲੱਗੇ ਸ਼ਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਤੇ ਇੱਕ ਗੱਲ ਧਿਆਨ ਦਿਆ ਜੇ, ਜਿਸ ਬਾਬਰ ਨੂੰ ਬਾਬਾ ਪਾਪ ਦੀ ਜੰਜ ਦਾ ਲਾੜਾ ਕਹਿ ਰਿਹਾ ਹੈ, ਉਸ ਬਾਬਰ ਦੇ ਅੰਸ਼ ਵਿੱਚੋਂ ਔਰੰਗਜ਼ੇਬ ਜਦੋਂ ਵਾਕਈ ਇਹ ਜ਼ੁਲਮ ਦੀ ਇਹਨੇ ਖਨੇਰੀ ਲਿਆ ਦਿੱਤੀ ਤੇ ਬਾਬੇ ਕਿਆਂ ਦੇ ਵਿੱਚੋਂ ਗੁਰੂ ਤੇਗ ਬਹਾਦਰ ਇਹਦੇ ਸਾਹਮਣੇ ਆ ਕੇ ਖਲੋ ਗਏ। ਹਜ਼ੂਰ ਕਿਰਪਾਲੂ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੰਡਿਤ ਗਏ ਨੇ। ਉਹਨਾਂ ਨੇ ਇੱਕੋ ਫਰਿਆਦ ਕੀਤੀ ਕਿ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਗੁਰੂ ਗੋਬਿੰਦ ਰਾਏ ਦੇ ਪਿਤਾ, ਸਾਡੀ ਇੱਕ ਫਰਿਆਦ ਸੁਣ।
ਸਾਡੇ ਤਿਲਕ ਤੇ ਜੰਜੂ ਨੂੰ ਜੇ ਬਚਾ ਸਕਣਾ ਹੈ, ਤੇ ਸਾਡੀ ਗਰੀਬਾਂ ਦੀ ਬਾਹ ਪਕੜ ਲੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸੁਣਿਆ, ਤੇ ਤੁਸੀਂ ਤਵਾਰੀਖ ਦੇ ਬਚਨ ਪੜ੍ਹਦੇ ਹੋ, ਇਹ ਸਾਰਿਆਂ ਨੇ ਗੱਲ ਕੋਟ ਕੀਤੀ ਕਹੇ ਕਿ ਗੁਰੂ ਗੋਬਿੰਦ ਰਾਏ 9 ਕੁ ਸਾਲ ਦੀ ਉਮਰ ਤੇ ਕੋਲ ਬੈਠੇ ਨੇ। ਗੁਰੂ ਤੇਗ ਬਹਾਦਰ ਸੁਣ ਕੇ ਗੰਭੀਰ ਹੋ ਗਏ ਨੇ। ਜਦੋਂ ਪੁੱਛਿਆ ਸੱਚੇ ਪਾਤਸ਼ਾਹ ਪਿਤਾ ਜੀ, ਇਹ ਲੋਕ ਕੌਣ ਨੇ? ਇਹਨਾਂ ਦੀਆਂ ਅੱਖਾਂ ਵਿੱਚ ਨੀਰ ਕਿਉਂ ਹੈ? ਇਹ ਕੌਣ ਲੋਕ ਨੇ ਜਿਹੜੇ ਖੱਤ ਜੋੜ ਕੇ ਕੰਬਦੇ ਕੋਈ ਫਰਿਆਦ ਪੈ ਕਰਦੇ ਨੇ? ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਲਾਲ ਜੀ, ਕਿ ਇਹ ਅੱਜ ਦੁਖੀ ਵਿਪਰ ਆਏ ਨੇ, ਇਹਨਾਂ ਦਾ ਤਿਲਕ, ਇਹਨਾਂ ਦਾ ਜਨੇਊ, ਇਹਨਾਂ ਦਾ ਧਰਮ ਖਤਰੇ ਵਿੱਚ ਹੈ।